ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਦੇ ਰਹਿਬਰ, ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ। ਭਾਈ ਲਹਿਣਾ ਸਿੰਘ ਸੰਧਾਵਾਲੀਆ, ਅਜੀਤ ਸਿੰਘ ਸੰਧਾਵਾਲੀਆ, ਇਹ ਆਪਣੇ ਵੱਲੋਂ ਲਾਹੌਰ ਕਿਲੇ 'ਤੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰਕੇ ਕਬਜ਼ਾ ਕਰ ਲੈਂਦੇ ਹਨ ਅਤੇ ਲਾਹੌਰ ਦਰਬਾਰ ਦੇ ਵਿੱਚ ਧਿਆਨ ਸਿਉ ਡੋਗਰੇ ਦਾ ਕਤਲ ਵੀ ਕੀਤਾ ਜਾਂਦਾ ਹੈ। ਹੀਰਾ ਸਿਉ ਡੋਗਰੇ ਦੇ ਕਤਲ ਕਰਨ ਦੀ ਵੀ ਸਲਾਹ ਕੀਤੀ ਜਾਂਦੀ ਹੈ, ਪਰ ਇਹ ਕਾਮਯਾਬ ਨਹੀਂ ਹੁੰਦੇ। ਆਖਰ ਅਖੀਰ 'ਤੇ ਮਹਾਰਾਜਾ ਦਲੀਪ ਸਿੰਘ ਨੂੰ ਤਖਤ 'ਤੇ ਬਿਠਾਇਆ ਜਾਂਦਾ ਹੈ ਅਤੇ ਧਿਆਨ ਸਿਉ ਡੋਗਰੇ ਦੇ ਖੂਨ ਦਾ ਤਿਲਕ ਲਾਇਆ ਜਾਂਦਾ ਹੈ। ਹੀਰਾ ਸਿਉ ਡੋਗਰੇ ਨੂੰ, ਜੋ ਧਿਆਨ ਸਿਉ ਡੋਗਰੇ ਦਾ ਪੁੱਤਰ ਹੈ, ਜਦੋਂ ਪਤਾ ਚੱਲਦਾ ਹੈ ਕਿ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ ਲਾਹੌਰ ਦਰਬਾਰ ਦੇ ਵਿੱਚ ਲਹਿਣਾ ਸਿੰਘ ਸੰਧਾਵਾਲੀਏ ਵੱਲੋਂ, ਤਾਂ ਇਹ ਆਪਣੇ ਵੱਲੋਂ ਉਪਰਾਲਾ ਕਰਦਾ ਹੈ, ਪੰਚਾਂ ਦੇ ਕੋਲ ਜਾਂਦਾ ਹੈ। ਪੰਚਾਂ ਦੇ ਕੋਲ ਜਾ ਕੇ ਆਪਣੇ ਵੱਲੋਂ ਇਹ ਆਪਣੀਆਂ ਸਫਾਈਆਂ ਦਿੰਦਾ ਹੈ ਕਿ ਅਸੀਂ ਲਾਹੌਰ ਦਰਬਾਰ ਦੇ ਲਈ ਕੀ ਕੁਝ ਨਹੀਂ ਕੀਤਾ। ਮੇਰੇ ਪਿਤਾ ਨੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲਾਹੌਰ ਦਰਬਾਰ ਦੀ ਮਦਦ ਕੀਤੀ ਹੈ, ਇਹਦੀ ਚੜ੍ਹਦੀ ਕਲਾ ਦੇ ਲਈ ਅਨੇਕਾਂ ਕਾਰਜ ਕੀਤੇ ਹਨ। ਮਹਾਰਾਜਾ ਖੜਕ ਸਿੰਘ ਅੰਗਰੇਜ਼ਾਂ ਨੂੰ ਸਿੱਖ ਰਾਜ ਵੇਚ ਰਿਹਾ ਸੀ। ਮੇਰੇ ਪਿਤਾ ਧਿਆਨ ਸਿਉ ਡੋਗਰੇ ਨੇ ਉਸ ਨੂੰ ਰੋਕਿਆ ਹੈ। ਇਹ ਆਪਣੇ ਵੱਲੋਂ ਅਨੇਕਾਂ ਤਰੀਕਿਆਂ ਦੇ ਨਾਲ ਜੋ ਪੰਚ ਹਨ, ਜੋ ਸਰਦਾਰ ਹਨ, ਉਹਨਾਂ ਨੂੰ ਭਰਮਾ ਲੈਂਦਾ ਹੈ ਅਤੇ ਇੱਕ ਗੱਲ ਕਹਿੰਦਾ ਹੈ ਕਿ ਲਹਿਣਾ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਕਤਲ ਕੀਤਾ, ਉਹਦੇ ਪੋਤਰੇ ਦਾ ਕਤਲ ਕੀਤਾ ਹੈ, ਮੇਰੇ ਪਿਤਾ ਦਾ ਕਤਲ ਕਰ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਲਾਹੌਰ ਦਰਬਾਰ 'ਤੇ ਆਪਣਾ ਕਬਜ਼ਾ ਕਰੀਏ ਅਤੇ ਮੇਰੇ ਮਨ ਦੀ ਇੱਛਾ ਇਹ ਹੈ ਕਿ ਮੈਂ ਆਪਣੇ ਪਿਤਾ ਦੀ ਲਾਸ਼ ਲਾਹੌਰ ਦਰਬਾਰ ਦੇ ਵਿੱਚੋਂ ਚੁੱਕਣ ਤੋਂ ਪਹਿਲਾਂ ਲਹਿਣਾ ਸਿੰਘ ਸੰਧਾਵਾਲੀਏ ਦੀ ਲਾਸ਼ ਵੇਖਣੀ ਚਾਹੁੰਦਾ ਹਾਂ। ਇਸ ਤਰ੍ਹਾਂ ਦੀਆਂ ਇਹ ਗੱਲਾਂ ਕਰਕੇ ਜੋ ਸਰਦਾਰ ਹਨ, ਪੰਚ ਹਨ, ਉਹਨਾਂ ਨੂੰ ਆਪਣੇ ਪੱਖ 'ਤੇ ਕਰ ਲੈਂਦਾ ਹੈ। ਇਸ ਤੋਂ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪੰਜ ਜਣ ਹੁੰਦੇ ਹਨ ਉਹ ਹੀਰਾ ਸਿਉ ਡੋਗਰੇ ਨੂੰ ਇਹ ਗੱਲ ਕਹਿੰਦੇ ਹੈ
ਕਿ ਤੁਸੀਂ ਲਾਹੌਰ ਦਰਬਾਰ 'ਤੇ ਹਮਲਾ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। ਜੋ ਸਾਡੇ ਅਧੀਨ ਫੌਜ ਹੈ ਅਸੀਂ ਵੀ ਉਹ ਲੈ ਕੇ ਆਵਾਂਗੇ ਤੇ ਤੁਸੀਂ ਤਕੜੇ ਹੋ ਕੇ ਹਮਲਾ ਕਰੋ। ਲਾਹੌਰ ਦਰਬਾਰ ਦੇ ਵਿੱਚ ਲਹਿਣਾ ਸਿੰਘ ਸੰਧਾਵਾਲੀਏ ਦੀ ਫੌਜ ਹੈ, ਜੋ ਸਿੱਖ ਸਰਦਾਰ ਹਨ, ਤੇ ਬਾਹਰ ਹੀਰਾ ਸਿਉਂ ਡੋਗਰੇ ਦੀ ਜੋ ਫੌਜ ਹੈ ਉਹਦੇ ਵਿੱਚ ਸਾਰੇ ਹੀ ਡੋਗਰੇ ਹਨ। ਪਰ ਜੋ ਹਾਮੀ ਭਰੀ ਗਈ ਹੈ ਪੰਚਾਂ ਦੇ ਵੱਲੋਂ, ਸਰਦਾਰਾਂ ਦੇ ਵੱਲੋਂ ਕਿ ਅਸੀਂ ਤੁਹਾਡੀ ਮਦਦ ਕਰਾਂਗੇ, ਉਹ ਫੌਜ ਵੀ ਸਿੱਖ ਸਰਦਾਰਾਂ ਦੀ ਹੀ ਫੌਜ ਹੈ। ਹੁਣ ਦੂਸਰੀ ਵਾਰ ਲਾਹੌਰ ਦਰਬਾਰ ਦੇ ਵਿੱਚ ਇਹੋ ਜਿਹੀ ਜੰਗ ਹੋਣ ਲੱਗੀ ਹੈ ਜਿਸ ਦੇ ਵਿੱਚ ਦੋਵੇਂ ਪਾਸੇ ਸਿੱਖ ਸਰਦਾਰ ਫੌਜਾਂ ਹਨ। ਪਹਿਲਾਂ ਆਪਾਂ ਵਿਚਾਰ ਆਏ ਹੈ ਕਿ ਜਦੋਂ ਚੰਦ ਕੌਰ ਮਾਤਾ ਤਖਤ ਦੇ ਉੱਪਰ ਬੈਠੀ ਹੋਈ ਸੀ ਤਾਂ ਮਹਾਰਾਜਾ ਸ਼ੇਰ ਸਿੰਘ ਨੇ ਹਮਲਾ ਕੀਤਾ ਸੀ, ਉਦੋਂ ਵੀ ਦੋਵੇਂ ਪਾਸੇ ਸਿੱਖ ਸਰਦਾਰਾਂ ਦਾ ਨੁਕਸਾਨ ਹੋਇਆ ਕਿਉਂਕਿ ਦੋਵੇਂ ਪਾਸੇ ਸਿੱਖ ਫੌਜਾਂ ਹੀ ਸਨ। ਹੁਣ ਵੀ ਇਸੇ ਤਰ੍ਹਾਂ ਹੀ ਹੈ ਕਿ ਦੋਵੇਂ ਪਾਸੇ ਸਿੱਖ ਸਰਦਾਰ ਹੀ ਫੌਜਾਂ ਹਨ ਤੇ ਹੀਰਾ ਸਿਉਂ ਨੇ ਹਮਲਾ ਕੀਤਾ ਆਪਣੀ ਡੋਗਰੇ ਜੋ ਭਰਤੀ ਕੀਤੇ ਹੋਏ ਆ ਉਸ ਫੌਜ ਦੇ ਨਾਲ, ਤੇ ਜੋ ਪੰਜ ਜਨ ਹਨ ਉਹਨਾਂ ਨੇ ਵੀ ਜੋ ਉਹਨਾਂ ਦੇ ਅਧੀਨ ਫੌਜ ਹੈ ਜਿਸ ਦੇ ਵਿੱਚ ਸਿੱਖ ਸਿਪਾਹੀ ਹਨ ਉਹ ਫੌਜ ਮਦਦ ਦੇ ਲਈ ਭੇਜੀ। ਲਹਿਣਾ ਸਿੰਘ ਸੰਧਾਵਾਲੀਆ ਲਾਹੌਰ ਦਰਬਾਰ ਦੇ ਵਿੱਚ ਹੈ, ਉਹ ਅੰਦਰੋਂ ਜਵਾਬ ਦੇ ਰਿਹਾ ਹਮਲੇ ਦਾ, ਲੇਕਿਨ ਬਾਹਰ ਜ਼ਿਆਦਾ ਤਾਕਤ ਹੈ, ਦੋਵੇਂ ਪਾਸੇ ਤੋਂ ਗੋਲੀਆਂ ਚੱਲ ਰਹੀਆਂ ਹਨ, ਹਮਲੇ ਹੋ ਰਹੇ ਹਨ। ਆਖਰ ਇੱਕ ਗੋਲੀ ਇਸ ਤਰ੍ਹਾਂ ਦੀ ਬੰਦੂਕ ਦੇ ਵਿੱਚੋਂ ਨਿਕਲੀ ਹੈ ਜਿਹੜੀ ਲਹਿਣਾ ਸਿੰਘ ਸੰਧਾਵਾਲੀਏ ਦੇ ਜਾ ਕੇ ਲੱਗੀ ਹੈ, ਜਿਸ ਨੇ ਸਾਰੀ ਜੰਗ ਦਾ ਪਾਸਾ ਹੀ ਬਦਲ ਦਿੱਤਾ। ਲਹਿਣਾ ਸਿੰਘ ਸੰਧਾਵਾਲੀਏ ਦੇ ਜਦੋਂ ਫਾਇਰ ਵੱਜਿਆ, ਗੋਲੀ ਵੱਜੀ, ਉਹ ਧਰਤੀ 'ਤੇ ਡਿੱਗਿਆ, ਜ਼ਖਮੀ ਹੋ ਗਿਆ। ਅਜੀਤ ਸਿੰਘ ਸੰਧਾਵਾਲੀਆ ਜੋ ਰਿਸ਼ਤੇਦਾਰੀ ਦੇ ਵਿੱਚ ਲਹਿਣਾ ਸਿੰਘ ਦਾ ਭਤੀਜਾ ਹੈ, ਉਹ ਹੌਸਲਾ ਹਾਰ ਗਿਆ, ਰੋਣ ਲੱਗ ਗਿਆ। ਆਪਣੇ ਚਾਚੇ ਨੂੰ ਜ਼ਖਮੀ ਹੋਇਆ ਵੇਖ ਕੇ ਡਾਮਾਡੋਲ ਹੋ ਗਿਆ, ਢੈਂਦੀ ਕਲਾ ਦੇ ਵਿੱਚ ਚਲਿਆ ਗਿਆ। ਲਹਿਣਾ ਸਿੰਘ ਸੰਧਾਵਾਲੀਆ ਅਜੀਤ ਸਿੰਘ ਨੂੰ ਇੱਕ ਗੱਲ ਸਮਝਾਉਂਦਾ ਹੈ ਕਿ ਤੂੰ ਮੇਰੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਡੋਲ ਨਾ, ਮੈਂ ਤਾਂ ਕੁਝ ਕੁ ਪਲਾਂ ਦਾ ਮਹਿਮਾਨ ਹਾਂ ਇਸ ਧਰਤੀ ਦੇ ਉੱਪਰ, ਆਖਰ ਮੈਂ ਖਤਮ ਹੋ ਜਾਣਾ, ਇਸ ਧਰਤੀ ਨੂੰ ਛੱਡ ਕੇ ਚਲਿਆ ਜਾਣਾ, ਪਰ ਤੂੰ ਮੇਰਾ ਅਫਸੋਸ ਨਾ ਕਰ, ਤੂੰ ਵਧੀਆ ਤਰੀਕੇ ਦੇ ਨਾਲ ਜੰਗ ਕਰ, ਵਧੀਆ ਤਰੀਕੇ ਦੇ ਨਾਲ ਜਵਾਬ ਦੇ ਅਤੇ ਇੱਕ ਵਧੀਆ ਸੂਰਮੇ ਦੀ ਤਰ੍ਹਾਂ ਜੰਗ ਕਰਕੇ ਜਾਂ ਤਾਂ ਖਤਮ ਹੋ ਜਾ ਤੇ ਜਾਂ ਜਿੱਤ ਪ੍ਰਾਪਤ ਕਰ। ਮੈਂ ਪਹਿਲਾਂ ਵੀ ਇੱਕ ਦਿਨ ਇਹ ਤੁਹਾਡੇ ਨਾਲ ਗੱਲ ਨੂੰ ਵਿਚਾਰਿਆ ਸੀ ਕਿ ਹਮੇਸ਼ਾ ਜੰਗ ਦੇ ਮੈਦਾਨ ਦੇ ਵਿੱਚ ਨਾ ਫੌਜਾਂ ਲੜਿਆ ਕਰਦੀਆਂ ਹਨ ਤੇ ਨਾ ਹਥਿਆਰ ਲੜਿਆ ਕਰਦੇ ਹੈ। ਜੰਗ ਦੇ ਮੈਦਾਨ ਦੇ ਵਿੱਚ ਹੌਸਲੇ ਲੜਿਆ ਕਰਦੇ ਹੈ। ਜੇ ਹੌਸਲਾ ਨਹੀਂ ਹੈ, ਕਿੰਨੀ ਵੀ ਵੱਡੀ ਫੌਜ ਕਿਉਂ ਨਾ ਹੋਵੇ, ਕਿੰਨੇ ਵੀ ਚੰਗੇ ਹਥਿਆਰ ਕਿਉਂ ਨਾ ਹੋਣ, ਮਨੁੱਖ ਜੰਗ ਹਾਰ ਜਾਵੇਗਾ। ਤੇ ਜੇ ਹੌਸਲਾ ਹੈ, ਹਥਿਆਰ ਭਾਵੇਂ ਥੋੜ੍ਹੇ ਹੋਣ, ਫੌਜ ਦੀ ਗਿਣਤੀ ਥੋੜ੍ਹੀ ਹੋਵੇ, ਮਨੁੱਖ ਜੰਗ ਜਿੱਤ ਜਾਇਆ ਕਰਦਾ। ਅਸੀਂ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹ ਕੇ ਵੇਖੀਏ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਭਾਵੇਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਇਹਨਾਂ ਨੇ ਜਿੰਨੀਆਂ ਵੀ ਜੰਗਾਂ ਕੀਤੀਆਂ ਹਨ, ਹਮੇਸ਼ਾ ਦੁਸ਼ਮਣ ਦੀ ਫੌਜ ਦੀ ਗਿਣਤੀ ਜ਼ਿਆਦਾ ਰਹੀ ਹੈ, ਉਹਨਾਂ ਦੇ ਕੋਲ ਹਥਿਆਰ ਵੀ ਜ਼ਿਆਦਾ ਹੁੰਦੇ ਸੀ। ਗੁਰੂ ਸਾਹਿਬਾਨ ਦੀ ਫੌਜ ਦੀ ਗਿਣਤੀ ਵੀ ਘੱਟ ਰਹੀ ਹੈ ਤੇ ਹਥਿਆਰ ਵੀ ਘੱਟ ਹੁੰਦੇ ਸਨ, ਪਰ ਜੰਗ ਗੁਰੂ ਸਾਹਿਬਾਨ ਹੀ ਜਿੱਤਦੇ ਰਹੇ ਆ। ਚਮਕੌਰ ਦੀ ਗੜੀ ਦੇ ਵਿੱਚ
ਇੱਕ ਪਾਸੇ 40 ਸਿੱਖ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਹੈ, ਤੇ ਇੱਕ ਪਾਸੇ ਕਿੰਨੀ ਵੱਡੀ ਜ਼ਿਆਦਾ ਫੌਜ ਹੈ। ਪਰ ਜਿੱਤ ਕਿਸ ਦੀ ਹੋਈ ਹੈ? ਗੁਰੂ ਗੋਬਿੰਦ ਸਿੰਘ ਜੀ ਦੀ। ਮੁਕਤਸਰ ਦੀ ਜੰਗ ਕੀਤੀ ਹੈ, ਸਿੱਖ ਕਿੰਨੇ ਹੈ? 40 ਹੈ, ਤੇ ਜਾਂ ਗੁਰੂ ਗੋਬਿੰਦ ਸਿੰਘ ਜੀ ਖੁਦ ਹਨ, ਤੇ ਦੂਸਰੇ ਪਾਸੇ ਕਿੰਨੀ ਵੱਡੀ ਫੌਜ ਹੈ, ਪਰ ਜਿੱਤ ਗੁਰੂ ਗੋਬਿੰਦ ਸਿੰਘ ਜੀ ਰਹੇ ਹੈ। ਸਿੱਖਾਂ ਨੇ ਵੀ ਅਨੇਕਾਂ ਲੜਾਈਆਂ ਕੀਤੀਆਂ, ਜੰਗਾਂ ਕੀਤੀਆਂ, ਜਿਹਦੇ ਵਿੱਚ ਦੁਸ਼ਮਣ ਦੀ ਫੌਜ ਜ਼ਿਆਦਾ ਰਹੀ ਹੈ। ਜੰਗ ਦੇ ਮੈਦਾਨ ਵਿੱਚ ਹੌਸਲੇ ਲੜਿਆ ਕਰਦੇ ਹੈ, ਹਥਿਆਰ ਅਤੇ ਫੌਜਾਂ ਨਹੀਂ ਲੜਿਆ ਕਰਦੀਆਂ। ਤੇ ਲਹਿਣਾ ਸਿੰਘ ਸੰਧਾਵਾਲੀ ਆਪਣੇ ਭਤੀਜੇ ਨੂੰ ਸਮਝਾਉਂਦਾ ਵੀ ਫੇਰ ਕੀ ਹੋ ਗਿਆ, ਜੇ ਮੈਂ ਜ਼ਖਮੀ ਹੋ ਗਿਆ, ਮੇਰੇ ਗੋਲੀ ਲੱਗ ਗਈ ਹੈ, ਤੈਨੂੰ ਇਸ ਤਰੀਕੇ ਨਾਲ ਡਾਵਾਂਡੋਲ ਨਹੀਂ ਹੋਣਾ ਚਾਹੀਦਾ। ਹੌਸਲੇ ਦੇ ਨਾਲ ਜੰਗ ਕਰ, ਸੂਰਮਿਆਂ ਦੀ ਤਰ੍ਹਾਂ ਹਮਲੇ ਦਾ ਜਵਾਬ ਦੇ। ਅਜੀਤ ਸਿੰਘ ਆਪਣੇ ਆਪ ਨੂੰ ਸੰਭਾਲਦਾ ਹੈ, ਕੁਝ ਹਮਲਿਆਂ ਦਾ ਜਵਾਬ ਦਿੰਦਾ ਹੈ। ਹੀਰਾ ਸਿਉ ਡੋਗਰਾ ਵਿਰੋਧੀ ਦੁਸ਼ਮਣ ਫੌਜ ਦੇ ਵਿੱਚ ਅਗਵਾਈ ਕਰ ਰਿਹਾ ਹੈ। ਅਜੀਤ ਸਿੰਘ ਅੰਦਰ ਲਾਹੌਰ ਦਰਬਾਰ ਤੋਂ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਹੈ। ਅਜੀਤ ਸਿੰਘ ਬਹੁਤਾ ਸਮਾਂ ਆਪਣਾ ਹੌਸਲਾ ਕਾਇਮ ਨਹੀਂ ਰੱਖ ਸਕਿਆ। ਇਸ ਨੇ ਸੋਚਿਆ ਵੀ ਅਸੀਂ ਜੰਗ ਹਾਰਾਂਗੇ ਤੇ ਮੇਰਾ ਕਤਲ ਕਰ ਦਿੱਤਾ ਜਾਵੇਗਾ। ਇਹਨੇ ਕੋਸ਼ਿਸ਼ ਕੀਤੀ ਵੀ ਮੈਨੂੰ ਦੌੜ ਜਾਣਾ ਚਾਹੀਦਾ ਹੈ। ਇਹਨੇ ਜੋ ਲਾਹੌਰ ਦਰਬਾਰ ਹੈ, ਜੋ ਕਿਲਾ ਹੈ, ਇਹਦੀ ਜੋ ਬੈਕ ਸਾਈਡ ਮਗਰਲੇ ਪਾਸੇ ਕੰਧ ਹੈ, ਉੱਧਰ ਦੀ ਇਸ ਨੇ ਆਪਣੇ ਵੱਲੋਂ ਕੋਈ ਲਾਸ਼, ਕੋਈ ਸੰਗਲ ਲਮਕਾਇਆ ਤੇ ਉਹਦੇ ਰਾਹੀਂ ਇਹ ਹੇਠਾਂ ਉਤਰਿਆ ਵੀ ਮੈਂ ਦੌੜ ਜਾਵਾਂ, ਦੁਸ਼ਮਣ ਦੇ ਹੱਥ ਨਾ ਆਵਾਂ। ਇਹ ਦੌੜਨ ਲੱਗਿਆ ਹੈਗਾ, ਕਿਲੇ ਦੀ ਕੰਧ ਨੂੰ ਪਾਰ ਕਰਨ ਲੱਗਿਆ ਕਿਸੇ ਸੰਗਲ ਦੇ ਨਾਲ ਜਾਂ ਕਿਸੇ ਰੱਸੇ ਦੇ ਨਾਲ, ਲਾਸ਼ ਦੇ ਨਾਲ। ਉੱਥੇ ਇਸ ਨੂੰ ਕਿਸੇ ਨੇ ਵੇਖ ਲਿਆ ਉਤਰਦੇ ਨੂੰ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਦੇ ਵਿੱਚ ਹੀਰਾ ਸਿੰਘ ਡੋਗਰੇ ਦੇ ਵੱਲੋਂ ਇਹਦਾ ਕਤਲ ਕਰ ਦਿੱਤਾ ਗਿਆ। ਲਹਿਣਾ ਸਿੰਘ ਸੰਧਾਵਾਲੀਆ ਲਾਹੌਰ ਦਰਬਾਰ ਦੇ ਵਿੱਚ ਮਾਰਿਆ ਗਿਆ ਗੋਲੀ ਲੱਗਣ ਦੇ ਨਾਲ। ਇਹਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰਕੇ ਇਹਦਾ ਵੀ ਕਤਲ ਕਰ ਦਿੱਤਾ ਗਿਆ। ਇਹ ਬਹੁਤ ਹੀ ਜ਼ਿਆਦਾ ਡਰ ਗਿਆ ਵੀ ਮੈਥੋਂ ਜੰਗ ਨਹੀਂ ਲੜੀ ਜਾਣੀ। ਮਾਰਿਆ ਇਹ ਫੇਰ ਵੀ ਗਿਆ ਜੇ ਆਪਣੇ ਆਪ ਦੀ ਬਚਤ ਕਰਨ ਲੱਗਿਆ। ਹੀਰਾ ਸਿਉ ਡੋਗਰੇ ਦੀ ਅਗਵਾਈ ਦੇ ਵਿੱਚ ਡੋਗਰਿਆਂ ਨੇ ਲਾਹੌਰ ਦਰਬਾਰ ਤੇ ਕਬਜ਼ਾ ਕਰ ਲਿਆ। ਨਾਲ ਕੁਝ ਪੰਚਾਂ ਦੀ, ਸਿੱਖ ਸਰਦਾਰਾਂ ਦੀ ਫੌਜ ਹੈ। ਇਹ ਦੂਸਰੀ ਜੰਗ ਹੈ ਲਾਹੌਰ ਦਰਬਾਰ ਦੇ ਵਿੱਚ, ਜਿਸ ਦੇ ਵਿੱਚ ਦੋਵੇਂ ਪਾਸੇ ਸਿੱਖਾਂ ਦਾ ਨੁਕਸਾਨ ਹੋਇਆ। ਦੋਵੇਂ ਪਾਸੇ ਸਿੱਖ ਫੌਜਾਂ ਸਨ। ਹੀਰਾ ਸਿਉ ਡੋਗਰੇ ਦਾ ਕਬਜ਼ਾ ਹੋ ਗਿਆ ਲਾਹੌਰ ਦਰਬਾਰ ਤੇ। ਫਿਰ ਇਸ ਨੇ ਫੈਸਲਾ ਕੀਤਾ ਵੀ ਤਖਤ ਦੇ ਉੱਪਰ ਹੁਣ ਕਿਸ ਨੂੰ ਬਿਠਾਇਆ ਜਾਵੇ। ਲਹਿਣਾ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਕੇ ਬਾਦਸ਼ਾਹ ਬਣਾਇਆ ਸੀ। ਇਹਨੇ ਵੀ ਫੈਸਲਾ ਕੀਤਾ ਮਹਾਰਾਜਾ ਦਲੀਪ ਸਿੰਘ ਹੀ ਤਖਤ ਤੇ ਬੈਠਣਾ ਚਾਹੀਦਾ। ਇਹ ਦੁਬਾਰੇ ਫੇਰ ਹੁਣ ਹੀਰਾ ਸਿਉ ਡੋਗਰਾ ਚੱਲਿਆ ਮਹਾਰਾਣੀ ਜਿੰਦ ਕੌਰ ਦੇ ਕੋਲ ਵੀ ਤੁਹਾਡਾ ਪੁੱਤਰ ਸਾਨੂੰ ਸੌਂਪ ਦਿਓ, ਸਾਡੇ ਹਵਾਲੇ ਕਰੋ, ਅਸੀਂ ਇਸ ਨੂੰ ਬਾਦਸ਼ਾਹ ਬਣਾਉਣਾ। ਪਹਿਲਾਂ ਲਹਿਣਾ ਸਿੰਘ ਸੰਧਾਵਾਲੀਆ ਲੈ ਕੇ ਆਇਆ ਸੀ। 5 ਸਾਲ ਦੀ ਏਜ ਹੈ ਉਸ ਬੱਚੇ ਦੀ। ਇਹ ਮਹਾਰਾਣੀ ਜਿੰਦ ਕੌਰ ਦੇ ਕੋਲ ਜਾ ਕੇ ਕਹਿੰਦਾ ਹੈ ਹੀਰਾ ਸਿਉ ਡੋਗਰਾ ਵੀ ਤੁਹਾਡਾ ਪੁੱਤਰ ਸਾਡੇ ਹਵਾਲੇ ਕਰੋ, ਅਸੀਂ ਉਸ ਨੂੰ ਤਖਤ ਤੇ ਬਿਠਾ ਕੇ ਰਾਜ ਤਿਲਕ ਲਾਉਣਾ, ਬਾਦਸ਼ਾਹ ਬਣਾਉਣਾ, ਤੁਸੀਂ ਆਪਣਾ ਪੁੱਤਰ ਸਾਡੇ ਹਵਾਲੇ ਕਰੋ। ਮਹਾਰਾਣੀ ਜਿੰਦ ਕੌਰ ਫੇਰ ਇਸ ਦੇ ਅੱਗੇ ਇੱਕ ਤਰਲਾ ਲੈਂਦੀ ਹੈ ਵੀ ਪਹਿਲਾਂ ਲਹਿਣਾ ਸਿੰਘ ਸੰਧਾਵਾਲੀਆ ਮੇਰੇ ਪੁੱਤਰ ਨੂੰ ਲੈ ਗਿਆ ਜ਼ਬਰਦਸਤੀ, ਉਸ ਨੇ ਇਸ ਨੂੰ ਬਾਦਸ਼ਾਹ ਬਣਾਇਆ, ਪਰ ਜਦੋਂ ਆਹ ਜੰਗ ਚੱਲੀ ਹੈ ਮੈਂ ਆਪਣੇ ਪੁੱਤਰ ਨੂੰ ਕਿਸੇ ਤਰੀਕੇ ਨਾਲ ਬਚਾ ਕੇ ਲੈ ਕੇ ਆਈ ਹਾਂ ਅਤੇ ਮੈਂ ਤੁਹਾਡੇ ਹਵਾਲੇ ਆਪਣਾ ਪੁੱਤਰ ਨਹੀਂ ਕਰਨਾ। ਤੁਸੀਂ ਤਖਤ ਦੇ ਉੱਪਰ ਕਿਸੇ ਮਰਜ਼ੀ ਨੂੰ ਬਿਠਾ ਦੇਵੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਅਸੀਂ ਤਖਤ 'ਤੇ ਨਹੀਂ ਬੈਠਣਾ। ਹੀਰਾ ਸਿਉ ਡੋਗਰਾ ਕਹਿੰਦਾ
ਮਹਾਰਾਜਾ ਰਣਜੀਤ ਸਿੰਘ ਦਾ ਤਖਤ ਹੈ ਤੇ ਉਹਦੀ ਕੁਲ ਦੇ ਵਿੱਚੋਂ ਹੀ ਕੋਈ ਬੈਠੇਗਾ। ਤੇ ਜੇ ਅੱਜ ਕੋਈ ਲਾਹੌਰ ਦਰਬਾਰ ਦੇ ਵਿੱਚ ਕੋਈ ਉਸ ਦੀ ਕੁਲ ਦੇ ਵਿੱਚੋਂ ਵਿਅਕਤੀ ਹੈ ਤੇ ਉਹ ਮਹਾਰਾਜਾ ਦਲੀਪ ਸਿੰਘ ਹੈ। ਇਹ ਤੁਹਾਨੂੰ ਸਾਡੇ ਹਵਾਲੇ ਕਰਨਾ ਹੀ ਹੋਵੇਗਾ। ਆਖਰ ਮਹਾਰਾਣੀ ਜਿੰਦ ਕੌਰ ਇੱਕ ਔਰਤ ਹੈ, ਉਹ ਬੇਵੱਸ ਹੈ, ਕੀ ਕਰ ਸਕਦੀ ਹੈ। ਉਹਨੇ ਆਪਣਾ ਪੁੱਤਰ ਹੀਰਾ ਸਿੰਘ ਡੋਗਰੇ ਦੇ ਹਵਾਲੇ ਕਰ ਦਿੱਤਾ। ਹੀਰਾ ਸਿੰਘ ਡੋਗਰੇ ਨੇ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਦੇ ਵਿੱਚ ਲਿਆਂਦਾ, ਤਖਤ ਦੇ ਉੱਪਰ ਬਿਠਾਇਆ ਤੇ ਨਾਲ ਇਹ ਹੁਕਮ ਕੀਤਾ ਵੀ ਹੁਣ ਜਿਹੜਾ ਇਹਨੂੰ ਤਿਲਕ ਲਾਇਆ ਜਾਵੇਗਾ ਨਾ, ਉਹ ਗਿਆਨੀ ਗੁਰਮੁਖ ਸਿੰਘ ਨਹੀਂ ਲਾਵੇਗਾ, ਉਹ ਮੈਂ ਲਾਵਾਂਗਾ। ਤੇ ਇਸ ਨੇ ਕੀ ਕੀਤਾ, ਜਿਹੜੀ ਦਰਬਾਰ ਦੇ ਵਿੱਚ ਲਹਿਣਾ ਸਿੰਘ ਸੰਧਾਵਾਲੀਏ ਦੀ ਲਾਸ਼ ਪਈ ਹੈ, ਉਹਦੇ ਖੂਨ ਦੇ ਵਿੱਚ ਆਪਣਾ ਅੰਗੂਠਾ ਡੁਬੋਇਆ ਤੇ ਮਹਾਰਾਜਾ ਦਲੀਪ ਸਿੰਘ ਦੇ ਮੱਥੇ ਤੇ ਲਾਇਆ ਤੇ ਗੱਲ ਇਹ ਕਹੀ ਵੀ ਜਿਹੜੀ ਇਹ ਪਿਰਤ ਪਾਈ ਗਈ ਹੈ ਨਾ, ਵੀ ਖੂਨ ਦਾ ਟਿੱਕਾ ਹੀ ਲਾਉਣਾ ਹੈ, ਇਹ ਮੇਰੇ ਵੱਲੋਂ ਨਹੀਂ ਪਾਈ ਗਈ, ਇਹ ਲਹਿਣਾ ਸਿੰਘ ਸੰਧਾਵਾਲੀਏ ਦੇ ਵੱਲੋਂ ਪਾਈ ਗਈ ਹੈ। ਪਹਿਲਾਂ ਉਸ ਨੇ ਮੇਰੇ ਪਿਤਾ ਦੀ ਲਾਸ਼ ਦੇ ਵਿੱਚੋਂ ਖੂਨ ਦਾ ਤਿਲਕ ਲਾਇਆ ਮਹਾਰਾਜਾ ਦਲੀਪ ਸਿੰਘ ਦੇ, ਤੇ ਮੈਂ ਬਦਲਾ ਲੈਣ ਦੇ ਲਈ ਹੁਣ ਜਿਹੜਾ ਤਿਲਕ ਲਾ ਰਿਹਾ, ਇਹ ਲਹਿਣਾ ਸਿੰਘ ਸੰਧਾਵਾਲੀਏ ਦੀ ਲਾਸ਼ ਦੇ ਵਿੱਚ ਖੂਨ ਦੇ ਵਿੱਚ ਆਪਣਾ ਅੰਗੂਠਾ ਡੁਬੋ ਕੇ ਲਾ ਰਹੇ। ਦੋਵੇਂ ਵਾਰੀ ਮਹਾਰਾਜਾ ਦਲੀਪ ਸਿੰਘ ਦੇ ਜੇ ਰਾਜ ਤਿਲਕ ਦਾ ਟਿੱਕਾ ਲਾਇਆ ਗਿਆ, ਤਿਲਕ ਲਾਇਆ ਗਿਆ, ਉਹ ਕਿਸੇ ਕੇਸਰ ਦਾ ਜਾਂ ਚੰਦਨ ਦਾ ਨਹੀਂ ਲਾਇਆ ਗਿਆ, ਉਹ ਖੂਨ ਦੇ ਤਿਲਕ ਲਾਏ ਗਏ। ਮਹਾਰਾਣੀ ਜਿੰਦ ਕੌਰ ਵੀ ਬੇਵੱਸ ਹੋਈ ਦਰਬਾਰ ਦੇ ਵਿੱਚ ਖੜੀ ਹੈ। ਉਹ ਮਨ ਹੀ ਮਨ ਦੇ ਵਿੱਚ ਸੋਚਦੀ ਹੈ ਵੀ ਬੇਟਾ ਬੱਚਾ ਹੈ ਉਹਦਾ ਮਹਾਰਾਜਾ ਦਲੀਪ ਸਿੰਘ, ਵੀ ਪਤਾ ਨਹੀਂ ਤੂੰ ਕਿਹੋ ਜਿਹੇ ਰੱਬ ਜੀ ਦੇ ਕੋਲੋਂ ਕਰਮ ਲਿਖਾ ਕੇ ਲਿਆਇਆ ਵੀ 2 ਵਾਰੀ ਤੈਨੂੰ ਤਖਤ ਤੇ ਬਿਠਾ ਕੇ ਰਾਜ ਤਿਲਕ ਲਾਇਆ ਗਿਆ ਤੇ ਉਹ ਖੂਨ ਦਾ ਲਾਇਆ ਗਿਆ। ਪਤਾ ਨਹੀਂ ਤੇਰੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਕੁ ਮੁਸੀਬਤਾਂ ਪੈਦਾ ਹੋਣਗੀਆਂ, ਜਿਹਦੀ ਸ਼ੁਰੂਆਤ ਹੀ ਖੂਨ ਦੇ ਤਿਲਕ ਤੋਂ ਹੋ ਰਹੀ ਹੈ। ਜ਼ਿੰਦਗੀ ਦੇ ਵਿੱਚ ਸੁੱਖ ਹੋਣੇ ਮੈਨੂੰ ਯਕੀਨ ਜਾਣੀ ਆਉਂਦਾ। ਇਹ ਮਹਾਰਾਣੀ ਜਿੰਦ ਕੌਰ ਆਪਣੇ ਮਨ ਹੀ ਮਨ ਦੇ ਵਿੱਚ ਸੋਚਦੀ ਹੈ। ਤੇ ਇਹ ਹੀਰਾ ਸਿੰਘ ਡੋਗਰਾ ਮਹਾਰਾਜਾ ਦਲੀਪ ਸਿੰਘ ਨੂੰ ਬਾਦਸ਼ਾਹ ਬਣਾਉਂਦਾ ਤੇ ਆਪ ਮੁੱਖ ਮੰਤਰੀ ਬਣ ਜਾਂਦਾ, ਇਸ ਦਾ ਵਜ਼ੀਰ ਬਣ ਜਾਂਦਾ। ਪਹਿਲਾਂ ਇਹਦਾ ਪਿਤਾ ਧਿਆਨ ਸਿੰਘ ਡੋਗਰਾ ਉਹ ਮੁੱਖ ਮੰਤਰੀ ਬਣਿਆ ਰਿਹਾ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਸੀ, ਉਦੋਂ ਬਾਅਦ ਦੇ ਵਿੱਚ ਵੀ ਰਹੇ ਹੈ। ਤੇ ਹੁਣ ਜੇ ਉਹ ਮਰੇ ਹੈ ਤੇ ਇਹ ਹੀਰਾ ਸਿੰਘ ਡੋਗਰਾ ਮੁੱਖ ਮੰਤਰੀ ਬਣ ਗਏ। ਇਸ ਤਰ੍ਹਾਂ ਸਮਾਂ ਨਾ ਜਿਹੜਾ ਉਹ ਆਪਣੀ ਤੋਰ ਤੁਰਦਾ ਗਿਆ। 4-5 ਮਹੀਨੇ ਸ਼ਾਂਤਮਈ ਬਤੀਤ ਹੋਏ। ਤਕਰੀਬਨ ਮਾਰਚ 1844 ਈਸਵੀ ਇਸ ਸਮੇਂ ਦੇ ਦੌਰਾਨ ਇੱਕ ਘਟਨਾ ਵਾਪਰਦੀ ਹੈ। 4-5 ਮਹੀਨਿਆਂ ਦੇ ਵਕਫੇ ਤੋਂ ਬਾਅਦ ਜੋ ਸਚੇਤ ਸਿੰਘ ਡੋਗਰ ਹੈ, ਉਹ ਹੀਰਾ ਸਿੰਘ ਡੋਗਰੇ ਨੂੰ ਕਹਿੰਦਾ ਹੈ ਵੀ ਜੋ ਤੇਰੇ ਕੋਲ ਪ੍ਰੋਪਰਟੀ ਹੈ ਨਾ, ਉਹਦੇ ਵਿੱਚੋਂ ਮੈਨੂੰ ਅੱਧ ਦੇ। ਮੈਂ ਪਹਿਲਾਂ ਜ਼ਿਕਰ ਕਰ ਆਇਆ, ਜੰਮੂ ਕਸ਼ਮੀਰ ਦੇ ਵਿੱਚ ਇਸਮਾਇਲ ਡਿਓੜੀ ਇੱਕ ਨਗਰ ਦਾ ਨਾਮ ਹੈ। ਉੱਥੋਂ ਦਾ ਇੱਕ ਗਰੀਬ ਡੋਗਰਾ ਸੀ ਕਿਸ਼ੋਰ ਸਿੰਘ। ਉਹਦੇ 3 ਪੁੱਤਰ ਪੈਦਾ ਹੋਏ ਸੀ। ਗੁਲਾਬ ਸਿੰਘ ਡੋਗਰਾ 1792 ਈਸਵੀ ਦੇ ਵਿੱਚ, ਤੇ ਧਿਆਨ ਸਿੰਘ ਡੋਗਰਾ 1796 ਈਸਵੀ ਦੇ ਵਿੱਚ, ਅਤੇ ਸਚੇਤ ਸਿੰਘ ਡੋਗਰਾ 1801 ਈਸਵੀ ਦੇ ਵਿੱਚ। ਇਹ ਸਚੇਤ ਸਿੰਘ ਨੇ ਹੀ ਲਾਹੌਰ ਦਰਬਾਰ ਦਾ ਕਈ ਲੱਖ ਰੁਪਈਆ ਚੋਰੀਓਂ ਫਿਰੋਜ਼ਪੁਰ ਅੰਗਰੇਜ਼ਾਂ ਦੀ ਬੈਂਕ ਦੇ ਵਿੱਚ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਕੇ ਰੱਖਿਆ ਹੋਇਆ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਜਾਂ ਸਿੱਖ ਸਰਦਾਰਾਂ ਨੂੰ ਪਤਾ ਚੱਲਿਆ ਵੀ ਇਹਨੇ ਲਾਹੌਰ ਦਰਬਾਰ ਦੇ ਰੁਪਈਏ ਅੰਗਰੇਜ਼ਾਂ ਦੇ ਖਜ਼ਾਨੇ ਵਿੱਚ ਰੱਖੇ ਹੋਏ ਹੈ, ਤਾਂ ਇਹਨੂੰ ਲਾਹੌਰ ਦਰਬਾਰ ਦੇ ਵਿੱਚੋਂ ਭਜਾ ਦਿੱਤਾ ਗਿਆ ਸੀ। ਇਹ ਸਚੇਤ ਸਿੰਘ ਉਦੋਂ ਤਾਂ ਚਲਿਆ ਗਿਆ ਆਪਣੀ ਜਾਨ ਬਚਾ ਕੇ,
ਪਰ ਜਦੋਂ ਹੁਣ ਇਸ ਨੂੰ ਪਤਾ ਚੱਲਿਆ ਵੀ ਮੇਰਾ ਭਤੀਜਾ ਹੀਰਾ ਸਿਉਂ ਡੋਗਰਾ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਹੈ ਤੇ ਮੇਰਾ ਭਰਾ ਗੁਲਾਬ ਸਿਉਂ ਡੋਗਰਾ ਜੰਮੂ ਕਸ਼ਮੀਰ ਦਾ ਬਾਦਸ਼ਾਹ, ਤੇ ਮੇਰੇ ਪੱਲੇ ਕੀ ਆਇਆ? ਮੇਰੇ ਪੱਲੇ ਤਾਂ ਕੁਝ ਵੀ ਨਹੀਂ ਆਇਆ। ਇਹਨੇ ਆਪਣੀ ਤਾਕਤ ਇਕੱਠੀ ਕੀਤੀ ਤੇ ਆਪਣੇ ਭਤੀਜੇ ਹੀਰੇ ਸਿਉਂ ਡੋਗਰੇ ਨੂੰ ਕਹਿੰਦਾ ਵੀ ਤੁਸੀਂ ਜਾਂ ਤਾਂ ਮੈਨੂੰ ਆਪਣੀ ਪ੍ਰੋਪਰਟੀ ਦੇ ਵਿੱਚੋਂ, ਧਨ ਦੌਲਤ ਦੇ ਵਿੱਚੋਂ ਅੱਧਾ ਹਿੱਸਾ ਦੇਵੋ, ਤੇ ਨਹੀਂ ਮੈਂ ਤੁਹਾਡੇ ਤੇ ਹਮਲਾ ਕਰਾਂਗਾ। ਹੀਰਾ ਸਿਉਂ ਡੋਗਰਾ ਆਪਣੇ ਚਾਚੇ ਨੂੰ ਕਹਿੰਦਾ ਵੀ ਵੇਖ ਤੇਰੇ ਕੋਈ ਔਲਾਦ ਨਹੀਂ ਹੋਈ। ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ ਪਰ ਮੈਨੂੰ ਕਹਿਣਾ ਪੈ ਰਿਹਾ ਹੈ ਵੀ ਤੇਰੇ ਤਾਂ ਕੋਈ ਔਲਾਦ ਹੀ ਨਹੀਂ ਹੈ ਅੱਗੇ। ਜੇ ਮੈਂ ਤੈਨੂੰ ਅੱਧਾ ਆਪਣਾ ਹਿੱਸਾ ਦੇ ਵੀ ਦੇਵਾਂ ਤਾਂ ਤੈਨੂੰ ਉਹਦਾ ਕੀ ਫਾਇਦਾ ਹੋਣਾ ਜਦੋਂ ਤੇਰੇ ਅੱਗੇ ਕੋਈ ਔਲਾਦ ਹੀ ਨਹੀਂ। ਮਰਨ ਤੋਂ ਬਾਅਦ ਫੇਰ ਸਾਡੇ ਕੋਲ ਆ ਜਾਣਾ ਉਹ। ਮੈਂ ਆਪਣੀ ਪ੍ਰਾਪਰਟੀ ਦੇ ਵਿੱਚੋਂ ਤੈਨੂੰ ਅੱਧਾ ਹਿੱਸਾ ਨਹੀਂ ਦੇ ਸਕਦਾ। ਹਾਂ ਉਂਝ ਮੇਰੇ ਨਾਲ ਰਹਿਣਾ, ਰਹੀ ਚੱਲ। ਤੇ ਤੂੰ ਕਰਨਾ ਵੀ ਕੀ ਹੈ ਜਦੋਂ ਕੋਈ ਔਲਾਦ ਹੀ ਨਹੀਂ ਹੈ? ਇਹ ਹੀਰਾ ਸਿਉਂ ਡੋਗਰਾ ਜਵਾਬ ਦੇ ਦਿੰਦਾ ਆਪਣੇ ਚਾਚੇ ਨੂੰ ਵੀ ਜੇ ਤੂੰ ਹਮਲਾ ਕਰਨਾ ਕਰ ਸਕਦਾ, ਪਰ ਅੱਧਾ ਹਿੱਸਾ ਮੈਂ ਨਹੀਂ ਦੇਵਾਂਗਾ। ਇਹ ਸੁਚੇਤ ਸਿਉਂ ਡੋਗਰਾ ਹੀਰਾ ਸਿਉਂ ਡੋਗਰੇ ਤੇ ਹਮਲਾ ਕਰਦਾ ਆਪਣੀ ਤਾਕਤ ਇਕੱਠੀ ਕਰਕੇ। ਦੋਵਾਂ ਦੇ ਵਿਚਕਾਰ ਜੰਗ ਹੁੰਦੀ ਹੈ, ਚਾਚੇ ਅਤੇ ਭਤੀਜੇ ਦੇ ਵਿਚਕਾਰ। ਇਸ ਜੰਗ ਦੇ ਦੌਰਾਨ ਇੱਕ ਤੋਪ ਦਾ ਗੋਲਾ ਦਾਗਿਆ ਜਾਂਦਾ ਜਿਹੜਾ ਸੁਚੇਤ ਸਿਉਂ ਡੋਗਰੇ ਦੇ ਜਾ ਕੇ ਲੱਗਦਾ ਤੇ ਉਹ ਫੀਤਾ ਫੀਤਾ ਕਰਕੇ ਉੱਡ ਜਾਂਦਾ, ਇਹਦੀ ਮੌਤ ਹੋ ਜਾਂਦੀ ਹੈ। ਸੁਚੇਤ ਸਿਉਂ ਡੋਗਰਾ ਵੀ ਮਾਰਿਆ ਗਿਆ ਆਪਣੇ ਭਤੀਜੇ ਦੇ ਹੱਥੋਂ ਤੇ ਧਿਆਨ ਸਿਉਂ ਡੋਗਰਾ ਵੀ ਮਰ ਗਿਆ। ਇਹਨਾਂ ਨੂੰ ਥੋੜਾ ਥੋੜਾ ਯਾਦ ਰੱਖਣਾ। ਹੁਣ ਹੀਰਾ ਸਿਉਂ ਡੋਗਰਾ ਜਿਹੜਾ ਉਹ ਮੁੱਖ ਮੰਤਰੀ ਹੈ ਤੇ ਮਹਾਰਾਜਾ ਦਲੀਪ ਸਿੰਘ ਉਹ ਬਾਦਸ਼ਾਹ ਲਾਹੌਰ ਦਰਬਾਰ ਦਾ। ਗੁਲਾਬ ਸਿਉਂ ਡੋਗਰਾ ਇਹ ਆਪਣੇ ਭਤੀਜੇ ਨੂੰ ਹੀਰਾ ਸਿਉਂ ਡੋਗਰੇ ਨੂੰ ਇੱਕ ਸਲਾਹ ਦਿੰਦਾ ਹੈ ਵੀ ਜਿਹੜਾ ਇੱਕ ਚੰਗਾ ਰਾਜਨੀਤਿਕਵਾਨ ਵਿਅਕਤੀ ਹੁੰਦਾ ਹੈ ਨਾ, ਉਹ ਆਪਣੀ ਕੁਰਸੀ ਪੱਕੀ ਕਰਦਾ ਹੈ, ਉਹ ਅਵੇਸਲਾ ਨਹੀਂ ਹੁੰਦਾ। ਉਹ ਜਦੋਂ ਇੱਕ ਵਾਰੀ ਕੁਰਸੀ ਤੇ ਬੈਠ ਜਾਵੇ ਨਾ, ਉਦੋਂ ਬਾਅਦ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਇਹ ਕੁਰਸੀ ਹੁਣ ਕਿਸੇ ਹੋਰ ਕੋਲ ਨਹੀਂ ਜਾਣੀ ਚਾਹੀਦੀ, ਮੇਰੇ ਕੋਲ ਹੀ ਰਹਿਣੀ ਚਾਹੀਦੀ ਹੈ। ਤੇ ਤੂੰ ਬਹੁਤ ਜ਼ਿਆਦਾ ਅਵੇਸਲਾ ਹੋਇਆ ਬੈਠਾ, ਮੁੱਖ ਮੰਤਰੀ ਤੂੰ ਬਣ ਗਏ ਐ, ਤੇਰੇ ਕੋਲ ਉੱਚਾ ਅਹੁਦਾ ਹੈ, ਪਰ ਇਹ ਉੱਚੇ ਅਹੁਦੇ ਨੂੰ ਸੰਭਾਲ ਕੇ ਰੱਖਣ ਦੇ ਲਈ ਤੂੰ ਕੋਈ ਉਪਰਾਲਾ ਨਹੀਂ ਕਰ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਅਹੁਦਾ ਤੇਰੇ ਕੋਲੋਂ ਕੋਈ ਹੋਰ ਖੋ ਵੀ ਸਕਦਾ, ਤੈਨੂੰ ਕੋਈ ਉਪਰਾਲਾ ਕਰਨਾ ਚਾਹੀਦਾ। ਤਾਇਆ ਜੀ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ, ਮੇਰੇ ਸਮਝ ਵਿੱਚ ਨਹੀਂ ਆ ਰਹੀਆਂ। ਗੁਲਾਬ ਸਿਉਂ ਡੋਗਰਾ ਕਹਿੰਦਾ ਤੂੰ ਲਾਹੌਰ ਦਰਬਾਰ ਦਾ ਮੁੱਖ ਮੰਤਰੀ ਹੈ, ਤਖਤ ਦੇ ਉੱਪਰ ਇੱਕ ਬੱਚਾ ਬੈਠਾ 5 ਸਾਲ ਦਾ ਮਾਸੂਮ, ਉਹ ਫੈਸਲੇ ਨਹੀਂ ਲੈ ਸਕਦਾ, ਤੂੰ ਉਸ ਦਾ ਵਜ਼ੀਰ ਹੈ। ਆਪਾਂ ਇਹ ਕਹਿ ਸਕਦੇ ਹਾਂ ਵੀ ਤੂੰ ਇਨਡਾਇਰੈਕਟ ਤੌਰ ਤੇ ਬਾਦਸ਼ਾਹ ਲਾਹੌਰ ਦਰਬਾਰ ਦਾ। ਤੇ ਦੂਸਰੇ ਪਾਸੇ ਸਿਆਲਕੋਟ ਦੇ ਵਿੱਚ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਹੈ, ਉਹ ਦੋ ਜਿਉਂਦੇ ਨੇ ਹਜੇ, ਉਹ ਆਪਣੇ ਵੱਲੋਂ ਬਗਾਵਤ ਕਰ ਸਕਦੇ ਹੈ, ਲਾਹੌਰ ਦਰਬਾਰ ਤੇ ਕਬਜ਼ਾ ਕਰ ਸਕਦੇ ਹੈ। ਕੋਈ ਤਰੀਕਾ ਅਪਣਾਉਣਾ ਚਾਹੀਦਾ, ਉਹਨਾਂ ਨੂੰ ਖਤਮ ਕਰਨਾ ਚਾਹੀਦਾ। ਹੁਣ ਜਿਹੜੇ ਇਹ ਸਿਆਲਕੋਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ 2 ਪੁੱਤਰ ਬਚੇ ਹੋਏ ਹੈ, ਇਹ ਤਾਂ ਦਖਲ ਅੰਦਾਜ਼ੀ ਕੋਈ ਨਹੀਂ ਕਰਦੇ ਲਾਹੌਰ ਦਰਬਾਰ ਦੇ ਵਿੱਚ, ਇਹ ਤਾਂ ਆਪਣੀ ਦੁਨੀਆ ਵਸਾਈ ਬੈਠੇ ਹੈ। ਪਰ ਗੁਲਾਬ ਸਿਉਂ ਡੋਗਰੇ ਨੇ ਇਹ ਇੱਕ ਬਹੁਤ ਮੰਦੀ ਸਲਾਹ ਦਿੱਤੀ ਵੀ ਉਹ ਦੋਵੇਂ ਖਤਮ ਕਰਨੇ ਚਾਹੀਦੇ ਆਪਾਂ ਨੂੰ। ਫਿਰ ਇਹ ਬੱਚਾ ਮਾਸੂਮ ਹੈ ਮਹਾਰਾਜਾ ਦਲੀਪ ਸਿੰਘ, ਤੇ ਆਪਾਂ ਵਜ਼ੀਰ ਹੈਗੇ, ਆਪਾਂ ਰਾਜ ਕਰਾਂਗੇ, ਆਪਾਂ ਹੀ ਬਾਦਸ਼ਾਹ ਹੋਵਾਂਗੇ। ਹੁਣ ਹੀਰਾ ਸਿਉਂ ਡੋਗਰਾ ਕਹਿੰਦਾ ਵੀ ਐਂ ਕਿਸੇ ਕੋਈ ਮਾਹੌਲ ਤਾਂ ਬਣੇ ਨਾ, ਕੋਈ ਤਰੀਕਾ ਤਾਂ ਹੋਵੇ, ਉਹਨਾਂ ਨੂੰ ਖਤਮ ਕਰਨ ਦੇ ਲਈ ਕੋਈ ਹਾਲਾਤ ਬਣਨ। ਐਂ ਇੰਜ ਕਿਵੇਂ ਆਪਾਂ ਕਿਸੇ ਦਾ ਕਤਲ ਕਰ ਦਈਏ? ਗੁਲਾਬ ਸਿਉਂ ਡੋਗਰਾ ਕਹਿੰਦਾ ਉਹ ਮਾਹੌਲ ਮੈਂ ਬਣਾਵਾਂਗਾ, ਮੈਂ ਉਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਵਾਂਗਾ ਜਿਸ ਦੇ ਨਾਲ ਜੋ ਸਿੱਖ ਸਰਦਾਰ ਹੈ, ਫੌਜਾਂ ਨੇ,
ਉਹ ਆਪਣੇ ਪੱਖ ਤੇ ਹੋਣਗੀਆਂ ਤੇ ਆਪਾਂ ਉਹਨਾਂ ਦਾ ਕਤਲ ਕਰਾਂਗੇ। ਇਹ ਗੁਲਾਬ ਸਿੰਘ ਡੋਗਰੇ ਨੇ ਕੀ ਕੀਤਾ ਹੋਇਆ ਨਾ, ਸਿਆਲਕੋਟ ਦੇ ਵਿੱਚ ਦੋਵੇਂ ਪੁੱਤਰ ਰਹਿ ਰਹੇ ਹੈ, ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ। ਇਹਨਾਂ ਦੇ ਦਰਬਾਰ ਦੇ ਵਿੱਚ ਆਪਣਾ ਇੱਕ ਬੰਦਾ ਫਿੱਟ ਕੀਤਾ ਹੋਇਆ ਪਹਿਲਾਂ ਤੋਂ, ਉਹਦਾ ਨਾਮ ਮਹਿਤਾਬ ਸਿੰਘ ਹੈ। ਇਹ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਜਦੋਂ ਕੋਈ ਵੀ ਸਲਾਹ ਕਰਦੇ ਹੈ ਆਪਣੇ ਦਰਬਾਰ ਦੇ ਵਿੱਚ, ਆਪਣੇ ਕਿਲੇ ਦੇ ਵਿੱਚ, ਉਹ ਸਾਰੀ ਖਬਰ ਗੁਲਾਬ ਸਿੰਘ ਡੋਗਰੇ ਨੂੰ ਭੇਜਦਾ ਵੀ ਇਹਨਾਂ ਨੇ ਕੀ ਸਲਾਹ ਕੀਤੀ, ਕੀ ਮਸ਼ਵਰਾ ਕੀਤਾ। ਕਿਉਂਕਿ ਸਿਆਲਕੋਟ ਜੰਮੂ ਤੋਂ ਕੋਈ ਬਹੁਤੀ ਦੂਰ ਨਹੀਂ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੀ ਖਬਰ ਪਹੁੰਚਾਉਂਦਾ ਰਹਿੰਦਾ ਵੀ ਇਹਨਾਂ ਤੋਂ ਕੋਈ ਖਤਰਾ ਤਾਂ ਨਹੀਂ, ਜਾਂ ਇਹ ਆਉਣ ਵਾਲੇ ਸਮੇਂ 'ਚ ਕੋਈ ਸਾਡੇ ਨਾਲ ਜੰਗ ਤਾਂ ਨਹੀਂ ਕਰਨਗੇ। ਸਾਰੀ ਡਿਟੇਲ, ਸਾਰੀ ਖਬਰ ਉੱਥੇ ਪਹੁੰਚਦੀ ਕਰਦਾ। ਕਸ਼ਮੀਰਾ ਸਿੰਘ ਨੂੰ ਪਤਾ ਚੱਲ ਗਿਆ ਵੀ ਜਿਹੜਾ ਸਾਡੇ ਦਰਬਾਰ ਦੇ ਵਿੱਚ ਮਹਿਤਾਬ ਸਿੰਘ ਹੈ, ਇਹ ਸਾਡੀਆਂ ਸਾਰੀਆਂ ਖਬਰਾਂ ਗੁਲਾਬ ਸਿੰਘ ਡੋਗਰੇ ਨੂੰ ਪਹੁੰਚਾ ਰਿਹਾ ਹੈ। ਕਸ਼ਮੀਰਾ ਸਿੰਘ ਨੇ ਮਹਿਤਾਬ ਸਿੰਘ ਦਾ ਕਤਲ ਕਰ ਦਿੱਤਾ। ਗੁਲਾਬ ਸਿੰਘ ਡੋਗਰੇ ਨੇ ਫਿਰ ਹੋਰ ਉਪਰਾਲਾ ਕੀਤਾ, ਆਪਣੇ ਵੱਲੋਂ ਇੱਕ ਬੰਦਾ ਹੋਰ ਇਹਨਾਂ ਦੇ ਕਿਲੇ ਦੇ ਵਿੱਚ ਫਿੱਟ ਕੀਤਾ। ਉਹਦਾ ਨਾਮ ਗੁਲਾਬ ਸਿੰਘ ਕਾਲੋਂ ਹੈ। ਗੁਲਾਬ ਸਿੰਘ ਡੋਗਰਾ ਤੇ ਜਿਹੜਾ ਬੰਦਾ ਭੇਜਿਆ ਗਿਆ ਦਰਬਾਰੇ ਵੀ ਤੂੰ ਖਬਰ ਭੇਜਣੀ ਆ ਉਸ ਦਰਬਾਰ ਦੀ, ਉਹਦਾ ਨਾਮ ਗੁਲਾਬ ਸਿੰਘ ਕਾਲੋਂ ਹੈ। ਤੇ ਉਹਦੇ ਰਾਹੀਂ ਇੱਕ ਗੱਲ ਇਹ ਵੀ ਉਸ ਨੂੰ ਸਮਝਾ ਕੇ ਭੇਜੀ ਵੀ ਤੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਉਕਸਾ ਦੇ, ਜਾ ਕੇ ਤੂੰ ਆਪਣੇ ਵੱਲੋਂ ਇਹੋ ਜਿਹੀਆਂ ਗੱਲਾਂ ਕਰਨੀ ਹੈ ਵੀ ਲਾਹੌਰ ਦਰਬਾਰ ਤਾਂ ਹੁਣ ਇੱਕ ਬੱਚਿਆਂ ਦੀ ਖੇਡ ਬਣ ਗਿਆ। ਇੱਕ 5 ਸਾਲ ਦਾ ਬੱਚਾ ਤਖਤ ਤੇ ਬੈਠਾ ਹੈ ਤੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਖੂਨ ਹੋ, ਤੁਸੀਂ ਇੱਥੇ ਸਿਆਲਕੋਟ ਦੇ ਵਿੱਚ ਚੁੱਪ ਕਰਕੇ ਬੈਠੇ ਹੋ। ਆਖਰ ਤੁਹਾਡਾ ਵੀ ਤਖਤ ਦੇ ਉੱਪਰ ਹੱਕ ਹੈਗਾ, ਤੁਹਾਨੂੰ ਇੱਥੇ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ, ਤੁਹਾਨੂੰ ਲਾਹੌਰ ਦਰਬਾਰ ਤੇ ਹਮਲਾ ਕਰਕੇ ਤਖਤ ਤੇ ਆਪ ਬੈਠਣਾ ਚਾਹੀਦਾ, ਕਿਉਂਕਿ ਤੁਸੀਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਹੋ, ਤੁਹਾਡਾ ਹੱਕ ਹੈ। ਪਰ ਤੁਸੀਂ ਇੱਥੇ ਚੁੱਪ ਕਰਕੇ ਬੈਠੇ ਹੋ ਤੇ ਅੱਗੇ ਜੋ ਤਖਤ ਦੇ ਉੱਪਰ ਬੈਠਾ ਉਹ ਇੱਕ 5 ਸਾਲ ਦਾ ਬੱਚਾ। ਲਾਹੌਰ ਤਖਤ ਤਾਂ ਬੱਚਿਆਂ ਦੀ ਖੇਡ ਬਣ ਗਿਆ। ਇਹਨੂੰ ਇਹ ਗੱਲਾਂ ਸਮਝਾਈਆਂ ਵੀ ਜਾ ਕੇ ਉਹਨਾਂ ਨੂੰ ਇਹ ਗੱਲਾਂ ਕਹਿਣੀਆਂ ਤਾਂ ਕਿ ਉਹ ਆਪਣੇ ਵੱਲੋਂ ਬਗਾਵਤ ਕਰਨ, ਫੌਜ ਇਕੱਠੀ ਕਰਨ, ਹਮਲਾ ਕਰਨ, ਮਾਹੌਲ ਬਣ ਜਾਵੇ ਤਾਂ ਕਿ ਅਸੀਂ ਕਤਲ ਕਰ ਸਕੀਏ। ਇਹ ਜਿਹੜਾ ਗੁਲਾਬ ਸਿੰਘ ਕਾਲੋਂ ਹੈ, ਇਹ ਜਦੋਂ ਥੋੜ੍ਹਾ ਜਿਹਾ ਸਮਾਂ ਹੋ ਗਿਆ ਗਿਆ ਨੂੰ ਇਹਨਾਂ ਨੂੰ, ਇਹਨੇ ਬਸ ਇਸੇ ਤਰ੍ਹਾਂ ਦੀਆਂ ਗੱਲਾਂ ਜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਤੁਸੀਂ ਚੁੱਪ ਕਰਕੇ ਬੈਠੇ ਹੋ, ਕੀ ਤੁਹਾਡੇ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਖੂਨ ਨਹੀਂ, ਕੀ ਤੁਸੀਂ ਉਹਦੀ ਕੁਲ ਦੇ ਵਿੱਚ ਨਹੀਂ, ਕੀ ਤੁਸੀਂ ਯੋਧੇ ਨਹੀਂ। ਇੱਕ ਬੱਚਾ ਤਖਤ ਤੇ ਬੈਠਾ ਹੈ, ਤੁਸੀਂ ਇੱਥੇ ਚੁੱਪ ਕਰਕੇ ਬੈਠੇ ਹੋ। ਜਦੋਂ ਇਹ ਗੱਲਾਂ ਲਗਾਤਾਰ ਹੋਈਆਂ, ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ ਸੋਚਿਆ ਵੀ ਸਾਨੂੰ ਚਾਹੀਦਾ ਹੈ, ਸਾਡੇ ਬਾਪੂ ਦਾ ਤਖਤ ਹੈ, ਸਾਨੂੰ ਉੱਥੇ ਬੈਠਣਾ ਚਾਹੀਦਾ, ਜਾ ਕੇ ਸਾਨੂੰ ਬਾਦਸ਼ਾਹ ਬਣਨਾ ਚਾਹੀਦਾ। ਇਹਨਾਂ ਨੇ ਆਪਣੇ ਵੱਲੋਂ ਬਗਾਵਤ ਕਰਨ ਦੇ ਲਈ ਵੀ ਬਗਾਵਤ ਕਰਨਗੇ, ਹੁਣ ਲਾਹੌਰ ਦਰਬਾਰ ਦੇ ਵਿਰੋਧ ਦੇ ਵਿੱਚ ਆਪਣੇ ਵੱਲੋਂ ਫੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਹਜੇ ਇਹ ਉਪਰਾਲਾ ਕਰ ਹੀ ਰਹੇ ਹੈ। ਹੀਰਾ ਸਿੰਘ ਡੋਗਰਾ ਕਹਿੰਦਾ ਆਪਣੇ ਤਾਏ ਨੂੰ ਵੀ ਹੁਣ ਬਹੁਤ ਵਧੀਆ ਮੌਕਾ ਹੈ, ਉਹ ਆਪਣੇ ਤੇ ਹਮਲਾ ਕਰਨ, ਆਪਾਂ ਉਹਨਾਂ ਤੇ ਹਮਲਾ ਕਰਦੇ ਹਾਂ ਸਿਆਲਕੋਟ ਦੇ ਵਿੱਚ ਜਾ ਕੇ। ਹੁਣ ਤਾਂ ਜੋ ਕਿ ਇਹ ਖਬਰਾਂ ਵੀ ਫੈਲਣ ਲੱਗ ਗਈਆਂ ਸਿੱਖ ਸਰਦਾਰਾਂ ਦੀਆਂ ਫੌਜਾਂ ਦੇ ਵਿੱਚ ਵੀ ਉਹ ਬਗਾਵਤ ਕਰਨਗੇ ਲਾਹੌਰ ਦਰਬਾਰ ਦੇ ਵਿਰੋਧ ਦੇ ਵਿੱਚ। ਹੁਣ ਤਾਂ ਫੌਜ ਵੀ ਆਪਣੇ ਪੱਖ ਤੇ, ਆਪਾਂ ਨੂੰ ਹੁਣ ਹਮਲਾ ਕਰਨਾ ਚਾਹੀਦਾ। ਉਹ ਅਜੇ ਤਿਆਰੀ ਕਰ ਰਹੇ ਹੈ। ਗੁਲਾਬ ਸਿੰਘ ਡੋਗਰੇ ਤੇ ਹੀਰਾ ਸਿੰਘ ਡੋਗਰੇ ਨੇ ਕਰਕੇ ਆਪਣੀ ਫੌਜ ਇਕੱਠੀ ਸਿਆਲਕੋਟ ਤੇ ਹਮਲਾ ਕਰ ਦਿੱਤਾ। ਸਿਆਲਕੋਟ ਦੇ ਕਿਲੇ ਨੂੰ ਘੇਰ ਲਿਆ, ਜਿਹਦੇ ਵਿੱਚ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਤੇ ਥੋੜ੍ਹੀ ਜਿਹੀ ਉਹਨਾਂ ਦੀ ਫੌਜ ਹੈ। ਜਦੋਂ ਘੇਰਾ ਪਾ ਲਿਆ ਗਿਆ, ਦੋਵੇਂ ਤਰਫਾਂ ਤੋਂ ਜੰਗ ਸ਼ੁਰੂ ਹੋ ਗਈ। ਕੁਝ ਸਮਾਂ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਨੇ ਜਵਾਬ ਦਿੱਤਾ, ਜੰਗ ਦੇ ਹਮਲਿਆਂ ਦਾ ਜਵਾਬ ਦਿੱਤਾ। ਆਖਰ ਹੀਰਾ ਸਿੰਘ ਡੋਗਰੇ ਦੀ ਫੌਜ ਜ਼ਿਆਦਾ ਹੈ, ਗੁਲਾਬ ਸਿੰਘ ਦੀ ਫੌਜ ਹੈ। ਫਿਰ ਇਹ ਵੀ ਹੈ ਜੇ ਹੋਰ ਫੌਜ ਦੀ ਲੋੜ ਪਈ ਤਾਂ ਲਾਹੌਰ ਦਰਬਾਰ ਤੋਂ ਹੋਰ ਫੌਜ ਮੰਗਾ ਲਈ ਜਾਵੇਗੀ।
ਕਸ਼ਮੀਰਾ ਸਿੰਘ ਨੇ ਸ਼ਾਮ ਦੇ ਵੇਲੇ ਜਦੋਂ ਜੰਗ ਬੰਦ ਹੋ ਗਈ ਸੋਚਿਆ ਵੀ ਜੋ ਕੱਲ੍ਹ ਦਾ ਸਵੇਰ ਹੋਵੇਗਾ ਨਾ, ਉਸ ਸਮੇਂ ਅਸੀਂ ਗ੍ਰਿਫਤਾਰ ਕਰ ਲਏ ਜਾਵਾਂਗੇ। ਅੱਜ ਦੀ ਰਾਤ ਹੀ ਸਾਡੇ ਕੋਲ ਬਾਕੀ ਹੈ ਤੇ ਸਾਡੇ ਕੋਲ ਇੰਨੀ ਜ਼ਿਆਦਾ ਤਾਕਤ ਨਹੀਂ ਵੀ ਅਸੀਂ ਹੁਣ ਉਹਨਾਂ ਦਾ ਹਮਲੇ ਦਾ ਜਵਾਬ ਦੇ ਸਕੀਏ ਜਾਂ ਜੰਗ ਜਿੱਤ ਸਕੀਏ। ਅਸੀਂ ਹਾਰਾਂਗੇ, ਸਾਡਾ ਬਹੁਤਾ ਨੁਕਸਾਨ ਹੋ ਗਿਆ, ਹਥਿਆਰ ਵੀ ਨਹੀਂ। ਕਸ਼ਮੀਰਾ ਸਿੰਘ ਨੇ ਇਹ ਗੱਲਾਂ ਸੋਚ ਕੇ ਨਾ ਆਪਣੇ ਭਰਾ ਨੂੰ ਬੁਲਾਇਆ, ਪਿਸ਼ੌਰਾ ਸਿੰਘ ਨੂੰ, ਵੀ ਵੇਖ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਐ, ਜੰਗ ਤਾਂ ਨਹੀਂ ਆਪਾਂ ਜਿੱਤਦੇ ਤੇ ਆਪਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਬਾਅਦ ਵਿੱਚ ਕਤਲ ਕਰ ਦਿੱਤਾ ਜਾਵੇਗਾ। ਆਪਣੇ ਕੋਲ ਅੱਜ ਰਾਤ ਬਾਕੀ ਹੈ, ਸਵੇਰ ਤੱਕ ਅਸੀਂ ਗ੍ਰਿਫਤਾਰ ਕਰ ਲਏ ਜਾਵਾਂਗੇ। ਸਾਨੂੰ ਚਾਹੀਦਾ ਵੀ ਅਸੀਂ ਕਿਲ੍ਹਾ ਛੱਡ ਕੇ ਦੌੜ ਜਾਈਏ, ਆਪਣੀ ਜਾਨ ਬਚਾਈਏ। ਤੇ ਉਸ ਸਮੇਂ ਸਹਿਮਤੀ ਪ੍ਰਗਟਾਈ ਜਾਂਦੀ ਹੈ ਪਿਸ਼ੌਰਾ ਸਿੰਘ ਦੇ ਵੱਲੋਂ। ਹੁਣ ਇਹ ਕਿਲ੍ਹੇ ਦੇ ਅੰਦਰ ਦੋ ਆਪ ਭਰਾ ਨੇ ਸਕੇ, ਇੱਕ ਕਸ਼ਮੀਰਾ ਸਿੰਘ ਦੀ ਪਤਨੀ ਹੈ ਤੇ ਦੋ ਇਹਨਾਂ ਦੇ ਬਹੁਤ ਜ਼ਿਆਦਾ ਵਫਾਦਾਰ ਨੌਕਰ ਨੇ। 5 ਜਾਣੇ ਐ ਤੇ 3 ਇਹਨਾਂ ਦੇ ਕੋਲ ਘੋੜੇ ਐ ਕਿਲ੍ਹੇ ਦੇ ਅੰਦਰ। ਪੁਰਾਣੇ ਸਮੇਂ ਦੇ ਵਿੱਚ, ਅੱਜ ਵੀ ਵੇਖ ਲਿਓ, ਜਦੋਂ ਅਸੀਂ ਕੋਈ ਕਿਸੇ ਪੁਰਾਣੇ ਕਿਲ੍ਹੇ ਨੂੰ ਵੇਖਣ ਜਾਂਦੇ ਨਾ, ਉਹਦੇ ਵਿੱਚ ਖੂਫੀਆ ਰਸਤੇ ਰੱਖੇ ਹੁੰਦੇ ਸਨ, ਅੰਡਰਗਰਾਊਂਡ, ਕੋਈ ਗੁਫਾ ਦੀ ਤਰ੍ਹਾਂ, ਵੀ ਤਾਂ ਕਿ ਜਦੋਂ ਕਿਤੇ ਹਮਲਾ ਹੋਵੇ ਤੇ ਜੋ ਬਾਦਸ਼ਾਹ ਦਾ ਪਰਿਵਾਰ ਹੈ ਉਹ ਆਪਣੀ ਜਾਨ ਬਚਾ ਕੇ ਇਸ ਰਸਤੇ ਦੌੜ ਜਾਵੇ। ਸਾਰੇ ਕਿਲ੍ਹਿਆਂ ਦੇ ਵਿੱਚ ਬਣਾਏ ਜਾਂਦੇ ਸੀ, ਇਸ ਕਿਲ੍ਹੇ ਦੇ ਵਿੱਚ ਵੀ ਸੀ। ਇਹਨਾਂ ਨੇ ਜਿਹੜਾ ਉਹ ਖੂਫੀਆ ਰਸਤਾ ਹੈ, 3 ਘੋੜਿਆਂ ਤੇ ਸਵਾਰ ਹੋ ਕੇ, ਇੱਕ ਤੇ ਕਸ਼ਮੀਰਾ ਸਿੰਘ ਤੇ ਉਹਦੀ ਪਤਨੀ, ਇਹ ਦੋਵੇਂ ਸਵਾਰ ਹੋਏ, ਇੱਕ ਤੇ ਦੋਵੇਂ ਨੌਕਰ ਸਵਾਰ ਹੋ ਗਏ, ਇੱਕ ਤੇ ਪਿਸ਼ੌਰਾ ਸਿੰਘ। ਇਹ ਰਾਤ ਦੇ ਹਨੇਰੇ ਦੇ ਵਿੱਚ ਉਸ ਖੂਫੀਆ ਰਸਤੇ ਦੇ ਰਾਹੀਂ, ਗੁਫਾ ਦੇ ਰਾਹੀਂ ਉਸ ਕਿਲ੍ਹੇ ਨੂੰ ਛੱਡ ਕੇ ਚਲੇ ਗਏ। ਪੁਰਾਣੇ ਸਮੇਂ ਦੇ ਵਿੱਚ ਸਫ਼ਰ ਕੀਤਾ ਜਾਂਦਾ ਸੀ ਤਾਰਿਆਂ ਨੂੰ ਵੇਖ ਕੇ ਤੇ ਜਾਂ ਨਦੀ ਦੇ ਕਿਨਾਰੇ ਕਿਨਾਰੇ ਤੇ ਪਤਾ ਲੱਗਦਾ ਰਹਿੰਦਾ ਵੀ ਇਹ ਨਦੀ ਫਲਾਨੀ ਜਗ੍ਹਾ ਤੇ ਜਾਂਦੀ ਹੈ, ਇਹਦੇ ਕਿਨਾਰੇ ਤੇ ਤੁਰੇ ਚੱਲੋ। ਤੇ ਇਹਨਾਂ ਨੇ ਉਸ ਸਮੇਂ ਜੋ ਰਾਵੀ ਦਰਿਆ ਹੈ ਉਹਦੇ ਕਿਨਾਰੇ ਤੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਮੈਂ ਬੇਨਤੀ ਇਹ ਵੀ ਕਰ ਦੇਵਾਂ, ਜੋ ਕਸ਼ਮੀਰਾ ਸਿੰਘ ਦੀ ਪਤਨੀ ਹੈ ਨਾ, ਉਹ ਪ੍ਰੈਗਨੈਂਟ ਹੈ, ਉਹਦੇ ਬੱਚਾ ਹੋਣ ਵਾਲਾ ਹੈ ਤੇ ਅਸੀਂ ਸਾਰੇ ਹੀ ਗ੍ਰਸਤੀ ਹੈ, ਪਰਿਵਾਰਾਂ ਵਾਲੇ ਹੈ। ਇਹ ਮੈਨੂੰ ਗੱਲ ਕਰਨੀ ਹੀ ਪਵੇਗੀ ਵੀ ਜੋ ਜਨੇਪੇ ਦੀ ਪੀੜਾ ਹੈ, ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਉਦੋਂ ਮਾਤਾ ਦਾ ਵੀ ਨਾਲ ਦੂਹਰਾ ਜਨਮ ਹੁੰਦਾ, ਇੰਨੀ ਜ਼ਿਆਦਾ ਪੀੜਾ ਹੁੰਦੀ ਹੈ। ਤੇ ਇੱਕ ਪ੍ਰੈਗਨੈਂਟ ਔਰਤ ਨੂੰ ਘੋੜੇ ਤੇ ਸਫ਼ਰ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ, ਨਹੀਂ ਕਰ ਸਕਦੀ। ਸਾਡੇ ਘਰਾਂ ਦੇ ਵਿੱਚ ਤਾਂ ਅਸੀਂ ਇੰਨੀ ਬੱਚਤ ਰੱਖਦੇ ਹਾਂ ਵੀ ਜਿਸ ਔਰਤ ਦੇ ਕੋਲ ਬੱਚਾ ਹੋਣ ਵਾਲਾ ਵੀ ਉਹਨੂੰ ਤੁਰਨਾ ਵੀ ਸੰਭਲ ਕੇ ਪੈਂਦਾ, ਕਿਤੇ ਨੀਵੀਂ ਜਗ੍ਹਾ ਤੇ ਪੈਰ ਨਾ ਵੱਜ ਜਾਵੇ। ਤੇ ਘੋੜੇ ਤੇ ਸਫ਼ਰ ਕਰਨਾ, ਜਿਹੜੇ ਵਿਅਕਤੀਆਂ ਨੇ ਘੋੜੇ ਤੇ ਸਫ਼ਰ ਕੀਤਾ ਅਸੀਂ ਸਮਝ ਸਕਦੇ ਹਾਂ ਵੀ ਕਿੰਨਾ ਜ਼ਿਆਦਾ ਔਖਾ ਹੈਗਾ ਘੋੜੇ ਤੇ ਸਫ਼ਰ ਕਰਨਾ। ਆਖਰ ਹੁਣ ਮਜਬੂਰੀ ਬਣੀ ਹੈ, ਸਫ਼ਰ ਕਰਨਾ ਪੈਣਾ। ਜਦੋਂ ਇਹ ਜਾ ਰਹੇ ਹੈ, ਕਸ਼ਮੀਰਾ ਸਿੰਘ ਦੀ ਪਤਨੀ ਮਗਰ ਬੈਠੀ ਹੈ ਘੋੜੇ ਦੇ ਉੱਪਰ, ਉਹਨੇ ਬਹੁਤ ਉੱਚੀ ਦੇ ਨੇ ਇੱਕ ਚੀਕ ਮਾਰੀ। ਜਦੋਂ ਉਸਦੇ ਦਰਦ ਹੋਇਆ, ਕਸ਼ਮੀਰਾ ਸਿੰਘ ਨੇ ਸੋਚਿਆ ਵੀ ਮਗਰ ਫੌਜ ਆ ਰਹੀ ਹੋਵੇਗੀ, ਕਿਸੇ ਨੂੰ ਵੇਖ ਲਿਆ ਹੋਵੇਗਾ। ਉਸਨੇ ਘੋੜਾ ਰੋਕਿਆ ਤੇ ਪੁੱਛਿਆ ਵੀ ਕੀ ਕਾਰਨ ਹੈ। ਤੇ ਇਸ ਦੀ ਪਤਨੀ ਕਹਿੰਦੀ ਵੀ ਤੁਸੀਂ ਘੋੜਾ ਰੋਕ ਲਵੋ, ਮੈਨੂੰ ਘੋੜੇ ਤੋਂ ਉਤਾਰ ਦੇਵੋ। ਉਤਾਰ ਲਿਆ ਗਿਆ। ਕਸ਼ਮੀਰਾ ਸਿੰਘ ਦੀ ਪਤਨੀ ਕਸ਼ਮੀਰਾ ਸਿੰਘ ਨੂੰ ਕਹਿੰਦੀ ਹੈ ਵੀ ਤੁਸੀਂ ਸਾਰੀ ਉਮਰ ਮੇਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਤੇ ਮੇਰੀ ਇੱਕ ਲਾਸਟ ਹੀ ਇੱਛਾ ਹੈ, ਇਸ ਨੂੰ ਪੂਰੀ ਕਰੋ ਕਿਸੇ ਵੀ ਤਰੀਕੇ ਦੇ ਨਾਲ। ਤੁਸੀਂ ਆਪਣੀ ਤਲਵਾਰ ਦੇ ਨਾਲ ਮੈਨੂੰ ਮੌਤ ਦੇ ਘਾਟ ਉਤਾਰ ਦੇਵੋ, ਕਿਉਂਕਿ ਮੈਂ ਸਫ਼ਰ ਨਹੀਂ ਕਰ ਸਕਦੀ। ਜੇ ਤੁਸੀਂ ਮੇਰੇ ਨਾਲ ਰੁਕਦੇ ਹੋ ਤਾਂ ਤੁਸੀਂ ਗ੍ਰਿਫਤਾਰ ਹੋ ਜਾਵੋਗੇ, ਫੌਜ ਮਗਰ ਆ ਸਕਦੀ ਹੈ ਜਦੋਂ ਉਹਨਾਂ ਨੂੰ ਪਤਾ ਚੱਲੇਗਾ। ਤੁਸੀਂ ਰੁਕ ਨਹੀਂ ਸਕਦੇ, ਮੈਂ ਸਫ਼ਰ ਕਰ ਨਹੀਂ ਸਕਦੀ। ਤੇ ਇਸ ਕਰਕੇ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਵੀ ਤੁਸੀਂ ਮੈਨੂੰ ਆਪਣੀ ਤਲਵਾਰ ਦੇ ਨਾਲ ਮੌਤ ਦੇ ਘਾਟ ਉਤਾਰ ਕੇ ਅੱਗੇ ਆਪਣਾ ਸਫ਼ਰ ਕਰੋ। ਕਸ਼ਮੀਰਾ ਸਿੰਘ ਕਹਿੰਦਾ ਇਹ ਨਹੀਂ ਹੋ ਸਕਦਾ। ਪਤੀ ਪਤਨੀ ਦਾ ਰਿਸ਼ਤਾ ਹੀ ਐਸਾ ਹੈ
ਜਿਹੜਾ ਦੁੱਖ ਦੇ ਵਿੱਚ ਇੱਕ ਦੂਸਰੇ ਦਾ ਸਾਥ ਦੇਵੇ। ਜਿਹੜਾ ਦੁੱਖ ਦੇ ਵਿੱਚ ਇੱਕ ਜਾਣਾ ਜਾਂ ਪਤੀ ਜਾਂ ਪਤਨੀ ਛੱਡ ਕੇ ਚਲੀ ਜਾਵੇ, ਉਹ ਇੱਕ ਸੱਚਾ ਰਿਸ਼ਤਾ ਨਹੀਂ ਕਹਿਲਾਉਂਦਾ। ਹਾਂ, ਉਂਝ ਸਮਾਜ ਦੀਆਂ ਨਜ਼ਰਾਂ ਵਿੱਚ ਪਤੀ ਪਤਨੀ ਹੋ ਸਕਦੇ ਹੈ, ਪਰ ਜੇ ਮੁਸੀਬਤ ਵੇਲੇ ਪਤੀ ਜਾਂ ਪਤਨੀ ਛੱਡ ਕੇ ਚਲੀ ਜਾਵੇ, ਉਹ ਰਿਸ਼ਤਾ ਨਹੀਂ ਹੈ। ਹੁਣ ਜੇਕਰ ਤੁਹਾਡੇ ਤੇ ਮੁਸੀਬਤ ਬਣੀ ਹੈ ਤੇ ਇਹ ਥੋੜ੍ਹੀ ਹੋ ਸਕਦਾ ਵੀ ਮੈਂ ਤੁਹਾਡਾ ਕਤਲ ਕਰਕੇ ਤੇ ਅੱਗੇ ਆਪਣੀ ਜਾਨ ਬਚਾ ਕੇ ਦੌੜ ਜਾਵਾਂ, ਮੈਂ ਵੀ ਸਫ਼ਰ ਨਹੀਂ ਕਰਾਂਗਾ, ਵੇਖੀ ਜਾਵੇਗੀ ਜੋ ਹੋਵੇਗੀ। ਇਸ ਨੇ ਫਿਰ ਹੌਸਲਾ ਕੀਤਾ ਵੀ ਜੇ ਨਹੀਂ ਕਰ ਸਕਦੇ ਮੈਨੂੰ ਦੁਬਾਰੇ ਫੇਰ ਘੋੜੇ ਦੇ ਉੱਪਰ ਸਵਾਰ ਕਰੋ, ਚਲੋ ਸਫ਼ਰ ਕਰਦੇ ਹਾਂ। ਫਿਰ ਦੁਬਾਰੇ ਸਫ਼ਰ ਸ਼ੁਰੂ ਕੀਤਾ, ਪਰ ਨਹੀਂ ਸਫ਼ਰ ਹੋ ਸਕਦਾ। ਇਸ ਨੇ ਫਿਰ ਦੁਬਾਰੇ ਕਹਿਆ ਵੀ ਜਾਂ ਤਾਂ ਤੁਸੀਂ ਮੈਨੂੰ ਇੱਥੇ ਛੱਡ ਕੇ ਚਲੇ ਜਾਵੋ ਤੇ ਜਾਂ ਕੋਈ ਉਪਰਾਲਾ ਕਰੋ, ਕੋਈ ਆਸੇ ਪਾਸੇ ਵੇਖੋ, ਕੋਈ ਘਰ ਹੋਵੇ, ਕੋਈ ਜਗ੍ਹਾ ਹੋਵੇ ਜਿੱਥੇ ਅਸੀਂ ਰੁਕ ਸਕੀਏ। ਨੌਕਰਾਂ ਨੂੰ ਕਹਿਆ ਗਿਆ ਵੀ ਉੱਚੀ ਦਰਖਤ ਦੇ ਉੱਪਰ ਚੜ੍ਹ ਕੇ ਵੇਖੋ, ਕੋਈ ਆਸੇ ਪਾਸੇ ਕੋਈ ਪਤਾ ਲੱਗੇ, ਕਿਸੇ ਦੀ ਕੋਈ ਰਿਹਾਸ ਹੋਵੇ, ਕੋਈ ਰਹਿੰਦਾ ਹੋਵੇ। ਜਦੋਂ ਉੱਪਰ ਚੜ੍ਹਿਆ ਇੱਕ ਨੌਕਰ ਉੱਚੇ ਦਰਖਤ ਦੇ ਉੱਪਰ, ਉਹ ਵੇਖਦਾ ਵੀ ਥੋੜ੍ਹੀ ਜਿਹੀ ਦੂਰੀ 'ਤੇ ਨਾ ਕੋਈ ਝੁੱਗੀ ਹੈਗੀ ਜਿਸ ਦੇ ਵਿੱਚ ਦੀਵਾ ਜਗ ਰਿਹਾ, ਚਾਨਣ ਵਿਖਾਈ ਦਿੱਤਾ। ਉਸਨੇ ਕਿਹਾ ਵੀ ਇਸ ਸਾਈਡ 'ਤੇ ਕਿਸੇ ਦੀ ਕੋਈ ਝੁੱਗੀ ਹੈ, ਚਾਨਣ ਹੋ ਰਿਹਾ, ਕੋਈ ਦੀਵਾ ਜਗ ਰਿਹਾ। ਇਹਨਾਂ ਨੇ ਉਸ ਪਾਸੇ ਸਫ਼ਰ ਕੀਤਾ, ਉਸ ਝੁੱਗੀ ਦੇ ਕੋਲ ਪਹੁੰਚੇ ਹੈ ਜੋ ਝੌਂਪੜੀ ਹੈ, ਤੇ ਆਵਾਜ਼ ਦਿੱਤੀ ਹੈ ਵੀ ਕੋਈ ਹੈ ਇੱਥੇ। ਉਸ ਝੁੱਗੀ ਦੇ ਵਿੱਚੋਂ ਇੱਕ ਬਜ਼ੁਰਗ ਨਿਕਲਿਆ। ਉਹ ਕਹਿੰਦਾ ਦੱਸੋ ਕੌਣ ਹੋ, ਕੀ ਕੰਮ ਹੈ? ਕਸ਼ਮੀਰਾ ਸਿੰਘ ਕਹਿਣ ਲੱਗਿਆ ਵੀ ਅਸੀਂ ਰਾਹਗੀਰ ਹੈ ਤੇ ਸਾਡੇ ਨਾਲ ਇੱਕ ਔਰਤ ਹੈ, ਮੇਰੀ ਪਤਨੀ ਹੈ, ਉਹ ਸਫ਼ਰ ਨਹੀਂ ਕਰ ਸਕਦੀ, ਅਸੀਂ ਕੁਝ ਸਮਾਂ ਆਰਾਮ ਕਰਨਾ ਹੈ, ਅਸੀਂ ਰਹਿ ਸਕਦੇ ਹਾਂ, ਤੁਹਾਡੇ ਇੱਥੇ ਰੁਕ ਸਕਦੇ ਹਾਂ। ਉਹ ਬਜ਼ੁਰਗ ਕਹਿੰਦਾ ਵੀ ਤੁਸੀਂ ਰਹਿ ਸਕਦੇ ਹੋ, ਇੱਥੇ ਅਕਸਰ ਹੀ ਰਾਹੀ ਆਉਂਦੇ ਰਹਿੰਦੇ ਹੈ। ਇਹ ਬਜ਼ੁਰਗ ਅਤੇ ਇੱਕ ਇਹਦੀ ਬਜ਼ੁਰਗ ਪਤਨੀ ਹੈ, ਦੋਵੇਂ ਬਜ਼ੁਰਗ ਜੋੜਾ ਜੋੜੀ ਰਹਿੰਦੇ ਹੈ। ਇਹ ਬਜ਼ੁਰਗ ਰਾਵੀ ਦਰਿਆ ਦੇ ਵਿੱਚ ਕਿਸ਼ਤੀ ਚਲਾਉਂਦਾ, ਮਲਾਹ ਹੈਗਾ ਤੇ ਆਪਣਾ ਗੁਜ਼ਾਰਾ ਕਰ ਰਹੇ ਹੈ। ਇਹਨਾਂ ਦੇ ਘਰ ਦੇ ਵਿੱਚ ਔਲਾਦ ਕੋਈ ਨਹੀਂ, ਗਰੀਬ ਪਰਿਵਾਰ ਹੈ। ਇਹ ਆਖਰ ਉੱਥੇ ਰੁਕੇ। ਹੁਣ ਦੀਵੇ ਦੀ ਲੋ ਹੈ, ਉਹਦਾ ਕਿੰਨਾ ਕੁ ਚਾਨਣ ਹੋ ਸਕਦਾ, ਕੋਈ ਬਹੁਤਾ ਚਾਨਣ ਨਹੀਂ। ਆਖਰ ਜਦੋਂ ਦਰਦ ਤੇਜ਼ ਹੁੰਦਾ ਹੈ ਕਸ਼ਮੀਰਾ ਸਿੰਘ ਦੀ ਪਤਨੀ ਦੇ, ਉਹ ਬਜ਼ੁਰਗ ਮਾਤਾ ਪੁੱਛਦੀ ਹੈ ਵੀ ਬੇਟਾ ਕੀ ਹੋ ਗਿਆ, ਕੋਈ ਸੱਟ ਲੱਗੀ ਹੈ, ਕੋਈ ਜ਼ਖਮ ਹੈ? ਹੁਣ ਚਾਨਣ ਨਹੀਂ ਹੈਗਾ, ਹਨੇਰੇ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਇਹ ਪ੍ਰੈਗਨੈਂਟ ਔਰਤ ਹੈਗੀ। ਆਖਰ ਉਸ ਬਜ਼ੁਰਗ ਮਾਤਾ ਨੂੰ ਦੱਸਿਆ ਜਾਂਦਾ ਵੀ ਸੱਟ ਕੋਈ ਨਹੀਂ ਲੱਗੀ, ਜ਼ਖਮੀ ਕੋਈ ਨਹੀਂ, ਅਸਲ ਦੇ ਵਿੱਚ ਬੱਚਾ ਹੋਣ ਵਾਲਾ ਹੈ। ਉਹ ਬਜ਼ੁਰਗ ਮਾਤਾ ਕਹਿੰਦੀ ਹੈ ਵੀ ਫਿਰ ਤੁਹਾਨੂੰ ਮਰਦਾਂ ਨੂੰ ਨਹੀਂ ਪਤਾ ਵੀ ਜਨੇਪੇ ਦੀ ਕੀ ਪੀੜਾ ਹੁੰਦੀ ਹੈ, ਤੁਸੀਂ ਬਾਹਰ ਜਾਵੋ। ਉਸ ਨੂੰ ਝੌਂਪੜੀ ਦੇ ਵਿੱਚ ਲਿਜਾਇਆ ਜਾਂਦਾ ਹੈ। ਉੱਥੇ ਕਸ਼ਮੀਰਾ ਸਿੰਘ ਦੀ ਪਤਨੀ ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਰਾਣੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ, ਪੁੱਤਰ ਹੈਗਾ ਇਹ। ਪਰ ਇਹ ਪੁੱਤਰ 5-7 ਮਿੰਟ ਜਨਮ ਲੈਣ ਤੋਂ ਬਾਅਦ, ਕੁਝ ਕੁ ਸਵਾਸ ਲੈਣ ਤੋਂ ਬਾਅਦ ਪੂਰਾ ਹੋ ਜਾਂਦਾ ਹੈ, ਮੌਤ ਹੋ ਜਾਂਦੀ ਹੈ। ਉਹ ਬਜ਼ੁਰਗ ਮਾਤਾ ਇਸ ਬੱਚੇ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਕਸ਼ਮੀਰਾ ਸਿੰਘ ਨੂੰ ਸੌਂਪਦੀ ਹੈ ਵੀ ਖਬਰ ਤਾਂ ਬਹੁਤ ਖੁਸ਼ੀ ਵਾਲੀ ਸੀ ਪਰ ਦੁੱਖ ਦੇ ਵਿੱਚ ਬਦਲ ਗਈ ਹੈ। ਤੇਰੇ ਘਰ ਵਾਲੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ, ਪਰ ਉਹ ਕੁਝ ਕੁ ਸਮਾਂ ਹੀ ਜਿਉਂਦਾ ਰਿਹਾ। ਜੇ ਕਿਤੇ ਇਹ ਘੋੜੇ 'ਤੇ ਸਫ਼ਰ ਨਾ ਕਰਦੀ ਤਾਂ ਇਹ ਬੱਚਾ ਜਿਉਂਦਾ ਰਹਿੰਦਾ। ਇਹਦੀ ਮੌਤ ਹੀ ਤਾਂ ਹੋਈ ਹੈ ਵੀ ਤੁਸੀਂ ਇੱਕ ਸਫ਼ਰ ਕਰਕੇ ਆਓ ਜਿਹੜਾ ਉਹ ਘੋੜੇ 'ਤੇ ਕੀਤਾ ਹੋਇਆ, ਘੋੜੇ 'ਤੇ ਸਫ਼ਰ ਨਹੀਂ ਸੀ ਕਰਨਾ। ਪਰ ਮੈਂ ਇਹ ਤੁਹਾਨੂੰ ਬੱਚਾ ਸੌਂਪਦੀ ਹਾਂ, ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ, ਤੁਹਾਡਾ ਕੀ ਧਰਮ ਹੈ, ਤੁਸੀਂ ਆਪਣੇ ਧਰਮ ਦੇ ਮੁਤਾਬਕ ਜੋ ਵੀ ਕਿਰਿਆ ਕਰਮ ਕਰਨਾ ਉਹ ਕਰਕੇ ਇਸ ਬੱਚੇ ਦੀ ਲਾਸ਼ ਨੂੰ ਸਮੇਟ ਦੇਵੋ। ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਦੋਵੇਂ ਸਲਾਹ ਕਰਦੇ ਆ ਵੀ ਆਪਣੇ ਕੋਲ ਇੰਨਾ ਸਮਾਂ ਨਹੀਂ ਹੈ ਵੀ ਆਪਾਂ ਦਿਨ ਦਾ ਇੰਤਜ਼ਾਰ ਕਰੀਏ, ਆਪਾਂ ਨੂੰ ਹੁਣੇ ਹੀ ਇਹ ਬੱਚੇ ਦੀ ਜੋ ਡੈੱਡ ਬਾਡੀ ਹੈ ਉਹਨੂੰ ਕਿਸੇ ਲੇਖੇ ਲਾ ਦੇਣਾ ਚਾਹੀਦਾ। ਕਸ਼ਮੀਰਾ ਸਿੰਘ ਆਪਣੇ ਬੱਚੇ ਨੂੰ ਲੈ ਕੇ ਤੁਰ ਪਿਆ। ਇੱਕ
ਪੁਰਾਣੇ ਫਟੇ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਤੇ ਨਾਲ ਨਾਲ ਗੱਲਾਂ ਕਰਦਾ ਵੀ ਬੇਟਾ ਤੈਨੂੰ ਨਹੀਂ ਪਤਾ ਤੂੰ ਕਿਹਦਾ ਪੁੱਤਰ ਹੈ, ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਸੀ ਤੂੰ। ਜੇ ਕਿਤੇ ਤੇਰਾ ਜਨਮ ਰਾਜ ਮਹਿਲਾਂ ਦੇ ਵਿੱਚ ਹੋਇਆ ਹੁੰਦਾ ਨਾ ਤੇ ਸਾਰੀ ਜਿੱਥੋਂ ਤੱਕ ਸਾਡਾ ਰਾਜ ਹੈ ਉੱਥੋਂ ਤੱਕ ਖੁਸ਼ੀਆਂ ਮਨਾਈਆਂ ਜਾਣੀਆਂ ਸਨ। ਪਰ ਅੱਜ ਮੈਂ ਇੰਨਾ ਬੇਵੱਸ ਹਾਂ ਵੀ ਮੈਂ ਇੱਕ ਕੀਮਤੀ ਕਫਨ ਵੀ ਨਹੀਂ ਪਾ ਸਕਦਾ ਤੇਰੀ ਲਾਸ਼ ਦੇ ਉੱਪਰ। ਇਹ ਬੱਚੇ ਦੇ ਨਾਲ ਇਸ ਤਰ੍ਹਾਂ ਭਾਵਕ ਗੱਲਾਂ ਕਰਦਾ ਜਾਂਦਾ ਹੈ ਅਤੇ ਉਸ ਬੱਚੇ ਨੂੰ ਦਫਨਾਇਆ ਜਾਂਦਾ ਹੈਗਾ, ਉਸ ਡੈੱਡ ਬੋਡੀ ਨੂੰ ਸਮੇਟ ਦਿੱਤਾ ਜਾਂਦਾ ਹੈ। ਇਹ ਵਾਪਸ ਆ ਜਾਂਦਾ ਹੈ। ਉਹ ਬਜ਼ੁਰਗ ਹੈ ਜਿਹੜਾ ਉਹ ਨਹੀਂ ਜਾਣਦਾ ਵੀ ਇਹ ਕੌਣ ਹੈ, ਉਹ ਮਾਤਾ ਵੀ ਨਹੀਂ ਜਾਣਦੀ ਵੀ ਇਹ ਕੌਣ ਨੇਗੇ। ਜਦੋਂ ਵਾਪਸ ਆਉਂਦੇ ਆ ਨਾ ਉਹ ਫਿਰ ਪੁੱਛਦੇ ਆ ਵੀ ਤੁਸੀਂ ਕੌਣ ਹੋ, ਤੁਹਾਡਾ ਜਿਹੜਾ ਲਿਬਾਸ ਪਹਿਨਿਆ, ਤੁਹਾਡੀ ਗੱਲਬਾਤ ਕਰਨ ਦਾ ਤਰੀਕਾ ਸਾਨੂੰ ਇੰਜ ਲੱਗਦਾ ਵੀ ਤੁਸੀਂ ਕਿਸੇ ਰਾਜ ਘਰਾਣੇ ਦੇ ਵਿੱਚੋਂ। ਤੇ ਜਿਹੜੇ ਨੌਕਰ ਹੁੰਦੇ ਆ ਫਿਰ ਉਹ ਦੱਸਦੇ ਆ ਵੀ ਬਜ਼ੁਰਗੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸੁਣਿਆ? ਉਹ ਕਹਿੰਦੇ ਸੁਣਿਆ। ਉਹਦਾ ਨਾਂ ਕੌਣ ਨਹੀਂ ਜਾਣਦਾ? ਕਦੇ ਵੇਖਿਆ ਵੀ ਉਹਨੂੰ? ਹਾਂ, ਉਹ ਕਹਿੰਦੇ ਅਸੀਂ ਵੇਖਿਆ ਵੀ ਹੈ, ਅਸੀਂ ਇੱਕ ਵਾਰੀ ਲਾਹੌਰ ਦਰਬਾਰ ਗਏ ਸੀ, ਉੱਥੇ ਦੇਖਿਆ ਮਹਾਰਾਜਾ ਰਣਜੀਤ ਸਿੰਘ ਆ। ਉਹ ਨੌਕਰ ਕਹਿੰਦਾ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਇਹ ਪੁੱਤਰ ਹੈ ਕਸ਼ਮੀਰਾ ਸਿੰਘ, ਇਹ ਉਹਦੇ ਪੁੱਤਰ ਨੇ ਜਿਸ ਨੂੰ ਤੁਸੀਂ ਵੇਖਿਆ ਵੀ ਹੈ, ਜਿਹਦਾ ਨਾਮ ਵੀ ਸੁਣਿਆ। ਪਰ ਅੱਜ ਇੰਨੀ ਮਜਬੂਰੀ ਬਣ ਗਈ ਹੈ ਵੀ ਨਾ ਮਹਾਰਾਜਾ ਰਣਜੀਤ ਸਿੰਘ ਹੈ, ਨਾ ਅੱਜ ਤਖਤ ਕੋਲ ਹੈ। ਹੀਰਾ ਸਿੰਘ ਡੋਗਰੇ ਦੀ ਫੌਜ ਨੇ ਹਮਲਾ ਕੀਤਾ ਸੀ, ਜਾਨ ਬਚਾ ਕੇ ਆ ਰਹੇ ਹਾਂ, ਅੱਗੇ ਪਤਾ ਨਹੀਂ ਅਸੀਂ ਕਿੱਥੇ ਜਾਣਾ ਹੈ, ਕੀ ਬੀਤੇਗੀ ਸਾਡੇ ਨਾਲ। ਅੱਜ ਅਸੀਂ ਬੇਵੱਸ ਹਾਂ। ਤੇ ਕਸ਼ਮੀਰਾ ਸਿੰਘ ਉਸੇ ਸਮੇਂ ਆਪਣੀ ਪਤਨੀ ਨੂੰ ਕਹਿੰਦਾ ਵੀ ਹੁਣ ਆਪਾਂ ਨੂੰ ਚੱਲਣਾ ਚਾਹੀਦਾ, ਰੁਕਣਾ ਨਹੀਂ ਚਾਹੀਦਾ, ਆਪਾਂ ਗ੍ਰਿਫਤਾਰ ਹੋ ਸਕਦੇ ਹਾਂ। ਉਹ ਬਜ਼ੁਰਗ ਮਾਤਾ ਕਹਿੰਦੀ ਵੀ ਤੁਸੀਂ ਇੰਜ ਨਹੀਂ ਜਾ ਸਕਦੇ, ਇਸ ਨੇ ਬੱਚੇ ਨੂੰ ਜਨਮ ਦਿੱਤਾ, ਇਹ ਸਫ਼ਰ ਨਹੀਂ ਕਰ ਸਕਦੀ, ਘੱਟ ਤੋਂ ਘੱਟ 4-5 ਦਿਨ ਰਹਿਣਾ ਪਵੇਗਾ, 4-5 ਦਿਨ ਰਹਿਣਾ ਪਵੇਗਾ, ਫਿਰ ਇਹਦੀ ਸਿਹਤ ਕੁਝ ਸਫ਼ਰ ਕਰਨ ਜੋਗੀ ਹੋਵੇਗੀ। ਹੁਣ ਨਹੀਂ ਜਾ ਸਕਦੇ ਤੁਸੀਂ, ਤੁਹਾਨੂੰ ਰਹਿਣਾ ਪੈਣਾ। ਇਹ 4-5 ਦਿਨ ਉਸ ਬਜ਼ੁਰਗ ਮਾਤਾ ਤੇ ਬਜ਼ੁਰਗ ਦੇ ਕੋਲ ਰਹੇ ਆ, 4-5 ਦਿਨ ਉਸ ਝੁੱਗੀ ਦੇ ਵਿੱਚ। ਤੇ ਜਦੋਂ ਉਹ ਜੋ ਨੂੰਹ ਰਾਣੀ ਹੈ ਇਹ ਤੁਰਨ ਲੱਗੇ ਹੈ, ਉਸ ਸਮੇਂ ਉਹ ਜਿਹੜੀ ਬਜ਼ੁਰਗ ਮਾਤਾ ਹੈ ਉਹਨੂੰ 4-5 ਦਿਨ ਹੁਣ ਇਹ ਨੂੰਹ ਰਾਣੀ ਨੇ, ਕਸ਼ਮੀਰਾ ਸਿੰਘ ਦੀ ਪਤਨੀ ਨੇ ਮਾਤਾ ਕਹਿ ਕੇ ਬੁਲਾਇਆ ਬਜ਼ੁਰਗ ਹੋਣ ਕਰਕੇ। ਪਰ ਉਸ ਨੇ ਇੱਕ ਦਿਨ ਵੀ ਇਸ ਨੂੰ ਧੀ ਨਹੀਂ ਕਹਿਆ, ਬੇਟੀ ਨਹੀਂ ਕਹਿਆ। ਪਰ ਜਦੋਂ ਤੁਰਨ ਲੱਗੀ ਹੈ ਨਾ ਤੇ ਉਸ ਸਮੇਂ ਕਸ਼ਮੀਰਾ ਸਿੰਘ ਦੀ ਪਤਨੀ ਕਹਿੰਦੀ ਹੈ ਵੀ ਸਤਿਕਾਰਯੋਗ ਮਾਤਾ ਜੀ, ਜੇ ਕਿਤੇ ਸਾਡੇ ਹਾਲਾਤ ਵਧੀਆ ਹੁੰਦੇ ਨਾ ਤੇ ਅਸੀਂ ਤੁਹਾਡੀ ਗਰੀਬੀ ਚੁੱਕਦੇ ਨਹੀਂ, ਪਰ ਹੁਣ ਅਸੀਂ ਬੇਵੱਸ ਹਾਂ, ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਉਸ ਕਸ਼ਮੀਰਾ ਸਿੰਘ ਦੀ ਪਤਨੀ ਨੇ ਕੀ ਕੀਤਾ, ਉਹਦੇ 2 ਕੰਗਣ ਪਹਿਨੇ ਹੋਏ ਸੋਨੇ ਦੇ। ਇਹ ਰਾਜੇ ਮਹਾਰਾਜਿਆਂ ਦਾ ਸੁਭਾਅ ਹੁੰਦਾ ਵੀ ਜਿੱਥੇ ਕਿਸੇ ਤੇ ਦਿਆਲ ਹੋਏ ਉੱਥੇ ਆਪਣੇ ਗਹਿਣੇ ਲਾ ਕੇ ਉਹਨੂੰ ਗਿਫਟ ਕਰ ਦਿੱਤੇ। ਤੇ ਇਸ ਕਸ਼ਮੀਰਾ ਸਿੰਘ ਦੀ ਪਤਨੀ ਨੇ ਉਹ 2 ਕੰਗਣ ਲਾਹੇ ਤੇ ਉਸ ਬਜ਼ੁਰਗ ਨੂੰ ਦਿੱਤੇ, ਮਾਤਾ ਨੂੰ, ਵੀ ਤੁਸੀਂ ਇਹ ਰੱਖ ਲਵੋ, ਮੇਰੇ ਕੋਲ ਇਹੀ ਨੇ, ਤੇ ਜੇ ਕਿਤੇ ਸਾਡੇ ਹਾਲਾਤ ਚੰਗੇ ਹੁੰਦੇ ਤੇ ਅਸੀਂ ਤੁਹਾਨੂੰ ਅਮੀਰ ਬਣਾ ਦੇਣਾ ਸੀ। ਉਹ ਬਜ਼ੁਰਗ ਮਾਤਾ ਕਹਿੰਦੀ ਵੀ ਤੁਸੀਂ 5-7 ਦਿਨ ਮੈਨੂੰ ਮਾਤਾ ਮਾਤਾ ਕਹਿ ਕੇ ਬੁਲਾਉਂਦੇ ਰਹੇ ਹੋ, ਪਰ ਮੈਂ ਤੁਹਾਨੂੰ ਧੀ ਜਾਂ ਲੜਕੀ ਨਹੀਂ ਕਿਹਾ। ਉਹਦਾ ਕਾਰਨ ਇਹ ਹੈ ਵੀ ਮੇਰੇ ਮਨ ਵਿੱਚ ਖਿਆਲ ਇਹ ਆ ਗਿਆ ਵੀ ਕਿਤੇ ਤੁਹਾਡੇ ਮਨ ਵਿੱਚ ਇਹ ਖਿਆਲ ਨਾ ਆ ਜਾਵੇ ਵੀ ਇਹ ਮੈਨੂੰ ਧੀ ਜਾਂ ਲੜਕੀ ਇਸ ਕਰਕੇ ਕਹਿ ਰਹੀ ਹੈ ਵੀ ਇਹ ਇੱਕ ਮਹਾਰਾਜੇ ਦੀ ਨੂੰਹ ਰਾਣੀ ਹੈ ਜਾਂ ਮਹਾਰਾਜੇ ਦੇ ਪੁੱਤਰ ਦੀ ਪਤਨੀ ਹੈ, ਵੀ ਲਾਲਚ ਖਾਤਰ ਮੈਨੂੰ ਲੜਕੀ ਬਣਾ ਰਹੀ ਹੈ, ਇਸ ਕਰਕੇ ਮੈਂ ਤੁਹਾਨੂੰ ਲੜਕੀ ਨਹੀਂ ਕਹਿਆ। ਪਰ ਅੱਜ ਮੈਂ ਤੁਹਾਨੂੰ ਆਪਣੀ ਲੜਕੀ ਕਹਿ ਰਹੀ ਹਾਂ, ਧੀ ਕਹਿ ਰਹੀ ਹਾਂ। ਤੁਸੀਂ ਮੈਨੂੰ 5-4 ਦਿਨ ਮਾਂ ਕਹਿ ਕੇ ਬੁਲਾਉਂਦੇ ਰਹੇ ਹੋ। ਪਹਿਲਾਂ ਮੇਰਾ ਰੱਬ ਤੇ ਇਤਰਾਜ਼ ਸੀ ਵੀ ਤੁਸੀਂ ਮੈਨੂੰ ਔਲਾਦ ਕਿਉਂ ਨਹੀਂ ਦਿੱਤੀ, ਪਰ ਔਲਾਦ ਨਾ ਹੋਣ ਦੇ ਬਾਵਜੂਦ ਵੀ ਜਦੋਂ ਤੁਸੀਂ ਮੈਨੂੰ 5-7 ਦਿਨ ਲਗਾਤਾਰ ਮਾਤਾ ਮਾਤਾ ਕਹਿ ਕੇ ਬੁਲਾਉਂਦੇ ਰਹੇ ਹੋ, ਹੁਣ ਰੱਬ ਤੇ ਵੀ ਕੋਈ ਗਿਲਾ ਸ਼ਿਕਵਾ ਨਹੀਂ।
ਤੇ ਮੈਂ ਤੁਹਾਨੂੰ ਆਪਣੀ ਲੜਕੀ ਸਵੀਕਾਰ ਕੀਤਾ ਹੋਇਆ ਹੈ। ਤੇ ਜੋ ਸਤਿਕਾਰਯੋਗ ਮਾਤਾਵਾਂ ਹੁੰਦੀਆਂ ਉਹ ਲੜਕੀਆਂ ਦੇ ਕੋਲੋਂ ਕੁਝ ਵੀ ਲਿਆ ਨਹੀਂ ਕਰਦੀਆਂ, ਸਗੋਂ ਜਦੋਂ ਆਪਣੇ ਘਰ ਦੇ ਵਿੱਚੋਂ ਤੋਰਦੀਆਂ ਉਹਨਾਂ ਨੂੰ ਕੁਝ ਆਪਣੇ ਕੋਲੋਂ ਦਿਆ ਕਰਦੀਆਂ। ਤੇ ਇਸ ਬਜ਼ੁਰਗ ਮਾਤਾ ਨੇ ਆਪਣੇ ਕੋਲੋਂ ਤੁਰਨ ਲੱਗਿਆਂ ਇਸ ਕਸ਼ਮੀਰਾ ਸਿੰਘ ਦੀ ਪਤਨੀ ਨੂੰ ਕੁਝ ਟਕੇ ਆਪਣੇ ਵੱਲੋਂ ਗਿਫਟ ਕੀਤੇ। ਆਪਣੇ ਵੀ ਅੱਜ ਵੀ ਇਹ ਰਿਵਾਜ ਆ ਵੀ ਕੋਈ ਰਿਸ਼ਤੇਦਾਰ ਆ ਜਾਵੇ, ਕੋਈ ਬੱਚਾ ਆ ਜਾਵੇ, ਜਦੋਂ ਜਾਂਦੇ ਆ ਰੁਪਈਏ ਦਿੱਤੇ ਜਾਂਦੇ ਆ ਨਾ, ਅੱਜ ਵੀ ਹੈ ਇਹ ਸਾਡੇ ਕਲਚਰ ਦੇ ਵਿੱਚ। ਉਸ ਸਮੇਂ ਉਸ ਗਰੀਬ ਮਾਤਾ ਨੇ ਇਹਨਾਂ ਨੂੰ ਕੁਝ ਟਕੇ ਦਿੱਤੇ ਹੈ। ਅੱਗੇ ਇਹ ਆਪਣਾ ਸਫ਼ਰ ਸ਼ੁਰੂ ਕਰਦੇ ਆ। ਅੱਗੇ ਕੀ ਮੁਸੀਬਤਾਂ ਪੈਦਾ ਹੁੰਦੀਆਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।